ਧੰਨ ਵਾਹਿਗੁਰੂ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੂੰ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਧੰਨ ਵਾਹਿਗੁਰੂ ਜੀਓ। ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਿਨਾ ਨਾ ਮਾਰੇ ਘੁਮ। ਆਪਨੜੇ ਘਰ ਜਾਈਐ ਪੈਰ ਤਿਨਾ ਦੇ ਚੁੰਮ। ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਿਨਾ ਨਾ ਮਾਰੇ ਘੁਮ। ਆਪਨੜੇ ਘਰ ਜਾਈਐ ਪੈਰ ਤਿਨਾ ਦੇ ਚੁੰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ। ਅਕਾਲ ਪੁਰਖ ਜੀ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਬੜੇ ਅਦਬ ਸਹਿਤ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਲਾਹਾ ਪ੍ਰਾਪਤ ਕੀਤਾ ਹੈ। ਪਿਛਲੇ ਦੀਵਾਨਾਂ ਤੋਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਰੋਜ਼ਾਨਾ ਇਹਨਾਂ ਦੀਵਾਨਾਂ ਦੇ ਵਿੱਚ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜਿੱਥੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਉਚਾਰਨ ਕੀਤੇ 4 ਸ਼ਲੋਕ 4 ਸ਼ਬਦ ਜਿਹੜੇ ਹਨ ਉਹ ਲੜੀਵਾਰ ਵਿਚਾਰੇ ਗਏ ਹਨ, ਅਤੇ ਫਿਰ ਸ਼ੇਖ ਫਰੀਦ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਜਿਹੜੇ ਸ਼ਲੋਕ ਨੇ ਉਹਨਾਂ ਦੀ ਲੜੀਵਾਰ ਕਥਾ ਵਿਚਾਰ ਆਰੰਭ ਕੀਤੀ ਗਈ ਹੈ। ਇਸੇ ਲੜੀ ਤਹਿਤ ਆਪ ਜੀ ਨੇ ਇਹ 7ਵਾਂ ਸ਼ਲੋਕ ਪਾਠ ਦੇ ਰੂਪ ਵਿੱਚ ਸੁਣਿਆ ਹੈ। ਦਰਅਸਲ ਜਦੋਂ ਅਸੀਂ ਆਰੰਭ ਤੋਂ ਲੈ ਕੇ ਲੜੀਵਾਰ ਇਹਨਾਂ ਸ਼ਲੋਕਾਂ ਦੀ ਕੜੀ ਨੂੰ, ਵਿਚਾਰ ਨੂੰ ਪਹਿਲੇ ਸ਼ਲੋਕ ਦੇ ਵਿਚਾਰ ਨਾਲ ਜੋੜ ਕੇ ਵੇਖਦੇ ਹਾਂ, ਕਿਉਂਕਿ ਇਹਨਾਂ ਦੀ ਵੀ ਆਪਣੀ ਇੱਕ ਤਰਤੀਬ ਹੈ। ਜਿਹੜੀ ਗੱਲ ਪਹਿਲੇ ਸ਼ਲੋਕ ਵਿੱਚ ਕਹੀ, ਦੂਜਾ ਸ਼ਲੋਕ ਪਹਿਲੀ ਗੱਲ ਨੂੰ ਕਵਰ ਕਰਦਾ, ਤੀਜਾ ਸ਼ਲੋਕ ਉਹਦੇ ਪ੍ਰਕਰਨ ਨੂੰ ਅੱਗੇ ਲੈ ਕੇ ਜਾਂਦਾ, ਚੌਥਾ ਉਹਨਾਂ ਪਿਛਲੇ ਸ਼ਲੋਕਾਂ ਦੀ ਗੱਲ ਨੂੰ ਹੋਰ ਅੱਗੇ ਵਧਾਉਂਦਾ ਹੈ। ਯਾਨੀ ਕਿ ਸਟੈਪ ਬਾਈ ਸਟੈਪ ਜਿਹੜਾ ਇੱਕ ਸ਼ਲੋਕ ਪਿਛਲੇ ਨਾਲ ਜੁੜਿਆ ਹੋਇਆ, ਅਗਲਾ ਸ਼ਲੋਕ ਉਸ ਤੋਂ ਪਿਛਲੇ ਸ਼ਲੋਕ ਨਾਲ ਜੁੜਿਆ ਹੋਇਆ, ਤੇ ਇਵੇਂ ਲੜੀਵਾਰ ਜਿਹੜੀ ਹੈ ਉਹ ਵਿਚਾਰ ਉਪਦੇਸ਼ ਬਾਬਾ ਸ਼ੇਖ ਫਰੀਦ ਸਾਹਿਬ ਨੇ ਇਹਨਾਂ ਸ਼ਲੋਕਾਂ ਵਿੱਚ ਬਖਸ਼ਿਆ ਹੈ। ਗੁਰਬਾਣੀ ਨੂੰ ਵਿਚਾਰਨ ਦਾ ਸਹੀ ਤਰੀਕਾ ਇਹੀ ਹੈ
ਕਿ ਅਸੀਂ ਉਸ ਨੂੰ ਬੜੇ ਸਹਿਜ ਭਾਵ ਦੇ ਨਾਲ ਸਾਰੇ ਪ੍ਰਕਰਣ ਨੂੰ, ਕੰਟੈਕਸਟ ਨੂੰ ਸਮਝੀਏ। ਇਹਨਾਂ ਸ਼ਲੋਕਾਂ ਦੇ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਕਿਵੇਂ ਸਾਰੀ ਆਪਣੇ ਉਪਦੇਸ਼ ਨੂੰ ਇੱਕ ਲੜੀ ਵਿੱਚ ਪਰੋ ਕੇ ਸ਼ਲੋਕਾਂ ਦੇ ਰਾਹੀਂ ਸਾਡੇ ਸਾਹਮਣੇ ਰੱਖਿਆ। ਇਹ ਸ਼ਲੋਕਾਂ ਦੀ ਬੋਲੀ ਵੀ ਬੜੀ ਠੇਠ ਹੈ, ਪੰਜਾਬੀ ਹੈ, ਮਿੱਠੀ ਹੈ, ਸਪਸ਼ਟ ਹੈ, ਸਾਦੀ ਹੈ ਤੇ ਆਮ ਮਨੁੱਖ ਦੇ ਕੰਨਾਂ ਨੂੰ ਸਧਾਰਨ ਤਰੀਕੇ ਨਾਲ ਸੁਣਦਿਆਂ ਹੋਇਆਂ ਵੀ ਬੜੀ ਅਪੀਲ ਕਰਦੀ ਹੈ, ਬੜੀ ਮਨ ਨੂੰ ਟੁੰਬਦੀ ਹੈ, ਕਿਉਂਕਿ ਬਿਲਕੁਲ ਇਹਦੇ ਵਿੱਚ ਕੋਈ ਕਠਿਨਾਈ ਵਾਲੇ ਬਹੁਤੇ ਸ਼ਬਦ ਨਹੀਂ। ਪੁਰਾਣੇ ਜਿਹੜੇ ਸਾਡੇ ਬਜ਼ੁਰਗ ਨੇ, ਕਿਉਂਕਿ ਹੁਣ ਬੋਲੀ ਦਾ ਵਿੱਚ ਥੋੜਾ ਫਰਕ ਪੈ ਗਿਆ, ਜਿਹੜੇ ਜ਼ਿਆਦਾ ਠੇਠ ਸ਼ਬਦ ਨੇ ਪੰਜਾਬੀ ਦੇ, ਸਧਾਰਨ ਪੇਂਡੂ ਸ਼ਬਦ, ਉਹ ਹੁਣ ਅਸੀਂ ਬਹੁਤੇ ਵਰਤਨੇ ਛੱਡ ਰਹੇ ਹਾਂ ਹੌਲੀ ਹੌਲੀ। ਉਹਨਾਂ ਨੂੰ ਇਹ ਬੜੀ ਛੇਤੀ ਸਮਝ ਆਉਂਦੇ ਸੀ, ਕਿਸੇ ਕੋਸ਼ ਦੀ, ਕਿਸੇ ਡਿਕਸ਼ਨਰੀ ਨੂੰ ਚੁੱਕਣ ਦੀ ਲੋੜ ਨਹੀਂ ਸੀ ਪੈਂਦੀ, ਕਿਉਂਕਿ ਸ਼ਬਦ ਉਹਨਾਂ ਦੀ ਬੋਲ ਚਾਲ ਦੇ ਸ਼ਬਦ ਨੇ ਤੇ ਜਿਹਨੇ ਸੁਣੇ ਉਹਨੂੰ ਬੜੀ ਛੇਤੀ ਸਮਝ ਆਈ। ਹਾਂ, ਭਾਵ ਸਮਝਾਉਣ ਦੀ ਕਿਤੇ ਕਿਤੇ ਜ਼ਰੂਰਤ ਪੈਂਦੀ ਹੋਏਗੀ। ਤੋ ਇਸ ਤੋਂ ਪਿਛਲੇ ਸ਼ਲੋਕ ਦੇ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਨੇ ਕਿਹਾ ਸੀ, ਫਰੀਦਾ ਜੇ ਤੂੰ ਅਕਲ ਲਤੀਫ, ਲਤੀਫ ਦਾ ਮਤਲਬ ਹੁੰਦਾ ਹੈ ਬਰੀਕ, ਮਹੀਨ। ਜੇ ਤੂੰ ਮਹੀਨ ਬਰੀਕ ਅਕਲ ਦਾ ਮਾਲਕ ਹੈ, ਕਾਲੇ ਲੇਖ ਨਾ ਲੇਖ। ਕਾਲੇ ਲੇਖ ਨਾ ਲੇਖ ਦਾ ਭਾਵ ਕੀਤਾ ਗਿਆ ਹੈ ਵੀ ਇੱਕ ਤਾਂ ਆਪ ਮੰਦੇ ਅਮਲ ਨਾ ਕਮਾ, ਤੇ ਮੰਦੇ ਅਮਲਾਂ ਦੇ ਵਿੱਚ ਇਹ ਵੀ ਚੀਜ਼ ਐਡ ਹੈ, ਇਹ ਵੀ ਜੁੜੀ ਹੋਈ ਹੈ ਵੀ ਹਰ ਵੇਲੇ ਦੂਸਰੇ ਦੀਆਂ ਗਲਤੀਆਂ ਨਾ ਛਾਣਦਾ ਰਿਹਾ ਕਰ। ਇਹ ਐਸਾ ਨਾ ਹੋਵੇ ਤੇਰਾ ਸਾਰਾ ਧਿਆਨ ਜਿਹੜਾ ਉਹ ਦੂਸਰੇ ਮਨੁੱਖ ਨੂੰ ਸਰਟੀਫਿਕੇਟ ਵੰਡਦੇ ਹੀ ਗੁਜ਼ਰ ਜਾਏ, ਦੂਜੇ ਮਨੁੱਖ ਨੂੰ ਪਾਪੀ, ਮਾੜਾ, ਭੈੜਾ ਇਹ ਗੱਲਾਂ ਕਰਦੇ ਹੀ ਗੁਜ਼ਰ ਜਾਏ ਤੇ ਤੇਰਾ ਆਪਣਾ ਜੀਵਨ ਉੱਥੇ ਹੀ ਖਲੋਤਾ ਰਵੇ, ਤੂੰ ਉਹਦੇ ਵਿੱਚ ਕੋਈ ਚੰਗਿਆਈ ਕਮਾ ਹੀ ਨਾ ਸਕੇ। ਇਸ ਭਾਵ ਨੂੰ ਸਮਝਿਓ। ਹੁਣ ਇੱਥੇ ਕੋਈ ਇਹ ਪ੍ਰਸ਼ਨ ਕਰ ਸਕਦਾ ਹੈ ਵੀ ਕੀ ਕਿਸੇ ਮਨੁੱਖ ਦੀ ਗਲਤੀ ਨੂੰ ਅਵਾਇਡ ਕਰ ਦੇਣਾ ਚਾਹੀਦਾ? ਨਹੀਂ, ਗਲਤੀ ਨੂੰ ਨਜ਼ਰਅੰਦਾਜ਼, ਕੁਝ ਗਲਤੀਆਂ ਹੁੰਦੀਆਂ ਨੇ ਨਜ਼ਰਅੰਦਾਜ਼ ਹੋ ਜਾਣ ਤੇ ਵਧੀਆ ਰਹਿੰਦਾ, ਕੁਝ ਐਸੀਆਂ ਹੁੰਦੀਆਂ ਨੇ ਅਗਲੇ ਨੂੰ ਸਮਝਾਇਆ ਜਾਏ, ਕ੍ਰਿਟੀਸਾਈਜ਼ ਕੀਤਾ ਜਾਏ ਤਾਂ ਵੀ ਵਧੀਆ ਰਹਿੰਦਾ। ਪਰ ਉਸ ਗਲਤੀ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲੈਣਾ, ਏਮ ਮਿਥ ਲੈਣਾ ਵੀ ਮੇਰਾ ਏਮ ਕੀ ਹੈ, ਇਸ ਬੰਦੇ ਦੀ ਗਲਤੀ ਲੱਭਣਾ, ਮੇਰਾ ਮਕਸਦ ਕੀ ਹੈ, ਇਸ ਮਨੁੱਖ ਦੀਆਂ ਭੁੱਲਾਂ ਦੀ ਲਿਸਟ ਤਿਆਰ ਕਰਨਾ। ਤੇ ਜਦੋਂ ਮੈਂ ਉਹਦੀਆਂ ਭੁੱਲਾਂ ਦੀ ਲਿਸਟ ਤਿਆਰ ਕਰਦਾ, ਸੂਚੀ ਬਣਾਉਂਦਾ ਜਾਨਾ, ਇਕੱਠੀਆਂ ਕਰਦਾ ਜਾਨਾ, ਕਾਹਦੇ ਲਈ? ਉਹਨੂੰ ਸੁਧਾਰਨ ਲਈ ਨਹੀਂ, ਉਹਨੂੰ ਨੀਵਾਂ ਵਿਖਾਉਣ ਲਈ। ਇਸ ਕਰਕੇ ਮੈਂ ਉਹਦੀਆਂ ਗਲਤੀਆਂ, ਉਹਦੇ ਔਗਣਾਂ ਨੂੰ ਇਕੱਠਿਆਂ ਕਰਦਾ ਵੀ ਇਹ ਮੇਰੇ ਸਾਹਮਣੇ ਅੱਖ ਨਾ ਚੁੱਕ ਸਕੇ, ਮੈਂ ਇਹਨੂੰ ਨੀਵਾਂ ਵਿਖਾ ਸਕਾਂ, ਮੈਂ ਇਹਨੂੰ ਤਬਾਹ ਕਰ ਸਕਾਂ, ਮੈਂ ਇਹਨੂੰ ਬਰਬਾਦ। ਇਹ ਤਾਂ ਕੋਈ ਭਲੇ ਵਾਲੀ ਸੋਚ ਨਾ ਹੋਈ। ਫਿਰ ਉਹਦੇ ਵਿੱਚ ਤੇ ਤੇਰੇ ਵਿੱਚ ਕੀ ਫਰਕ ਰਹਿ ਗਿਆ? ਉਹ ਵੀ ਇਹੋ ਮਾੜੇ ਕਰਮ ਕਰਦਾ, ਕਾਲੇ ਲੇਖ ਲਿਖਦਾ, ਤੂੰ ਉਹਦੇ ਬਿਹਾਫ ਤੇ ਕਾਲੇ ਲੇਖ ਲਿਖਣੇ ਸ਼ੁਰੂ ਕਰ ਲੈ। ਉਹ ਗਲਤੀਆਂ ਕਮਾਉਂਦਾ ਤੇ ਤੂੰ ਗਲਤੀਆਂ ਛਾਣਦਾ, ਜੁੜੇ ਤੇ ਤੁਸੀਂ ਦੋਵੇਂ ਇੱਕੇ ਚੀਜ਼ ਨਾਲ ਹੋਏ ਹੋ। ਸਾਂਝ ਤੇ ਇੱਕੇ ਚੀਜ਼ ਕਰਕੇ ਹੈ ਤੁਹਾਡੀ, ਔਗਣਾ ਕਰਕੇ, ਗੁਣ ਕਰਕੇ ਤੇ ਸਾਂਝ ਹੋਈ ਨਾ। ਜਦੋਂ ਕਿ ਗੁਰਬਾਣੀ ਸਾਨੂੰ ਇਹ ਉਪਦੇਸ਼ ਦਿੰਦੀ ਏ, ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚਲੀ ਹੈ। ਕਿੱਡਾ ਪਿਆਰਾ ਸ਼ਬਦ ਹੈ, ਛੋੜ ਅਵਗਣ। ਅਵਗਣ ਨੂੰ ਫੜ ਕੇ ਨਹੀਂ ਰੱਖਣਾ, ਨਾ ਅਵਗਣ ਕਮਾਉਣ ਵਾਲਾ ਅਵਗਣ ਨੂੰ ਫੜੇ, ਜੇ ਹੋ ਸਕੇ ਤੇ ਉਹਦੇ ਚੋਂ ਨਿਕਲ ਜਾਏ। ਹੁਣ ਇਹ ਤਾਂ ਉਵੇਂ ਦੀ ਖੇਡ ਹੋਈ ਨਾ ਵੀ ਕੋਈ ਬੰਦਾ ਚਿੱਕੜ ਦੇ ਵਿੱਚ ਹੈ, ਦੂਜੇ ਦਾ ਫਰਜ਼ ਹੈ। ਹੁਣ ਆਪਾਂ ਇੱਕ ਸਧਾਰਨ ਗੱਲ ਵਰਤਦੇ ਆ ਨਾ ਵੀ ਚਿੱਕੜ ਵਿੱਚੋਂ ਕੱਢਣ ਨੂੰ, ਕਿਸੇ ਨੂੰ ਕੱਢਣ ਵਾਸਤੇ ਕਈ ਵਾਰ ਖੁਦ ਚਿੱਕੜ 'ਚ ਵੀ ਵੜਨਾ ਪੈਂਦਾ। ਐਸਾ ਵੀ ਸਿਚੁਏਸ਼ਨ ਬਣ ਜਾਂਦੀ ਹੈ। ਕਈ ਵਾਰ ਹੁੰਦਾ ਬਾਹਰੋਂ ਹੀ ਬੰਦਾ ਸਹਾਰਾ ਦੇ ਕੇ ਖਿੱਚ ਲੈਂਦਾ। ਕਈ ਵਾਰ ਐਸੀ ਸਿਚੁਏਸ਼ਨ ਵੀ ਹੁੰਦੀ ਵੀ ਬੰਦੇ ਨੂੰ ਖੁਦ ਦੂਜੇ ਨੂੰ ਵਿੱਚ ਵੜਨਾ ਪੈਂਦਾ। ਹੁਣ ਜਿਹੜਾ ਤੀਜਾ ਬੰਦਾ ਸਾਈਡ ਤੇ ਖੜਾ ਉਹ ਤਾਂ ਇਹ ਕਹੇਗਾ ਦੋ ਮੂਰਖ ਚਿੱਕੜ ਵਿੱਚ ਫਸੇ ਨੇ। ਉਹਨੂੰ ਇਹ ਥੋੜ੍ਹੀ ਪਤਾ ਵੀ ਫਸਿਆ ਇੱਕ ਸੀ, ਦੂਜਾ ਤੇ ਉਹਨੂੰ ਕੱਢਣ ਗਿਆ। ਉਹਦੀ ਨਜ਼ਰ ਵਿੱਚ ਦੋਵੇਂ ਹੀ ਮੂਰਖ ਨੇ, ਕਿਉਂਕਿ ਉਹਨੇ ਜੋ ਵੇਖਿਆ ਉਹ ਆਪਣੇ ਅਰਥ ਕਰ ਰਿਹਾ ਹੈ। ਉਹਨੂੰ ਸਿਚੁਏਸ਼ਨ ਦਾ ਨਹੀਂ ਪਤਾ ਵੀ ਇੱਕ ਬੰਦਾ ਚਿੱਕੜ ਵਿੱਚ ਸੀ, ਦੂਜਾ ਤੇ ਉਹਨੂੰ ਵਿਚਾਰਾ ਕੱਢਣ ਗਿਆ। ਉਹ ਤਾਂ ਭਲਾ ਕਰਨ ਗਿਆ, ਉਹਨੂੰ ਤਾਂ ਚਿੱਕੜ 'ਚ ਵੜਨਾ ਪਿਆ। ਹੁਣ ਆਪਾਂ ਅਗਲੀ ਗੱਲ ਵੱਲ ਆਈਏ। ਚਿੱਕੜ ਵਿੱਚੋਂ ਜਿਹੜਾ ਕੱਢਣ ਗਿਆ
ਜੇ ਉਹ ਆਪਣਾ ਮਕਸਦ ਭੁੱਲ ਕੇ ਉਹ ਵੀ ਚਿੱਕੜ ਵਿੱਚ ਹੀ ਫਸਿਆ ਰਵੇ ਤੇ ਆਖੇ ਵੀ ਇਹ ਤਾਂ ਵਧੀਆ ਗੱਲ ਹੈ, ਤੂੰ ਇੱਥੇ ਆ ਤੇ ਮੈਂ ਵੀ ਇੱਥੇ ਹੀ ਬਹਿ ਜਾਣਾ, ਫਿਰ ਉਹ ਪਹਿਲੇ ਵਾਲੇ ਬੰਦੇ ਹੀ ਤੇ ਉਹ ਦੂਜੇ 'ਚ ਕੋਈ ਫਰਕ ਰਹਿ ਜਾਏਗਾ? ਨਹੀਂ, ਦੂਜੇ ਦਾ ਮਕਸਦ ਚਿੱਕੜ 'ਚ ਵੜ ਕੇ ਬਹਿਣਾ ਥੋੜ੍ਹੀ ਸੀ, ਪਹਿਲੇ ਨੂੰ ਕੱਢਣਾ ਸੀ। ਤੇ ਜੋ ਆਪ ਵੀ ਉੱਥੇ ਹੀ ਆਪਣੀ ਥਾਂ ਬਣਾ ਲਏ, ਉਹ ਵੀ ਪਹਿਲੇ ਵਰਗਾ ਹੀ ਬਿਹੇਵ ਕਰਨਾ, ਵਿਹਾਰ ਕਰਨਾ ਸ਼ੁਰੂ ਕਰੇ ਤੇ ਉਹ ਵੀ ਚਿੱਕੜ ਦੇ ਵਿੱਚ ਉਵੇਂ ਹੀ ਲਿਬੜੀ ਜਾਏ ਜਿਵੇਂ ਪਹਿਲਾਂ ਲਿਬੜਿਆ। ਬਸ ਅਵਗੁਣ ਵੀ ਇਸੇ ਤਰ੍ਹਾਂ। ਇੱਥੇ ਜਿਹੜਾ ਕਾਲੇ ਲੇਖ ਨਾਲ ਲੇਖ ਹੈ, ਇਹਦਾ ਭਾਵ ਇਹੋ ਹੀ ਹੈ ਕਿ ਨਾ ਖੁਦ ਮੰਦੇ ਅਮਲ ਕਮਾ ਤੇ ਨਾ ਦੂਜੇ ਦੇ ਮੰਦੇ ਅਮਲਾਂ ਵਿੱਚ ਆਪਣੀ ਸੁਰਤ ਨੂੰ ਇੰਨਾ ਜੋੜੀ ਰੱਖ ਵੀ ਉਹ ਮੰਦੇ ਅਮਲ ਦੂਜੇ ਦੇ ਜਿਹੜੇ ਨੇ ਤੂੰ ਉਹਨਾਂ ਦਾ ਵੀ ਹਿੱਸੇਦਾਰ ਬਣ ਜਾਏ, ਤੂੰ ਉਹਨਾਂ ਦਾ ਵੀ ਪ੍ਰਭਾਵ ਕਬੂਲ ਕਰ ਲਵੇਂ। ਇਹ ਤੂੰ ਆਪਣੇ ਆਪ ਨੂੰ ਬਦਲ। ਤੇ ਕਰਨਾ ਕੀ ਹੈ? ਜੇ ਮੈਂ ਕਾਲੇ ਲੇਖਾਂ ਤੋਂ ਬਚਣਾ ਚਾਹੁੰਦਾ ਤੇ ਮੈਂ ਯਤਨ ਕੀ ਕਰਾਂ? ਬਾਬਾ ਫਰੀਦ ਸਾਹਿਬ ਨੇ ਉਹਦਾ ਵੀ ਹੱਲ ਕਹਿੰਦੇ, ਆਪਨੜੇ ਗਿਰੀਬਾਨ, ਸਿਰ ਨੀਵਾਂ ਕਰ ਦੇਖ। ਗਿਰੀਬਾਨ ਦਾ ਮਤਲਬ ਹੁੰਦਾ ਹੈ ਆਪਣੇ ਗਿਰੇਬਾਂ ਵਿੱਚ, ਮਤਲਬ ਆਪਣੀ ਬੁੱਕਲ ਵਿੱਚ। ਗਿਰੇਬਾਨ ਨੂੰ ਬੁੱਕਲ ਕਹਿੰਦੇ ਆਪਾਂ ਪੰਜਾਬੀ 'ਚ। ਇੱਥੇ ਗਿਰੀਬਾਨ ਸ਼ਬਦ ਲਿਖਿਆ, ਉਰਦੂ ਵਾਲੇ ਗਿਰੇਬਾਂ ਬੋਲਣ। ਏਕ ਚਾਕ ਹੋ ਤੋ ਸੀਲੂੰ ਗਿਰੇਬਾਂ ਆਪਣਾ, ਉਹ ਗਿਰੇਬਾਂ ਦਾ ਮਤਲਬ ਬੁੱਕਲ ਹੈ। ਹੁਣ ਅਸੀਂ ਜਿਸ ਵੇਲੇ ਬਾਣੀ ਦਾ ਇਹ ਵਾਕ ਪੜ੍ਹ ਰਹੇ ਹਾਂ ਤਾਂ ਇੱਥੇ ਬਾਬਾ ਫਰੀਦ ਸਾਹਿਬ ਨੇ ਕੀ ਜ਼ਿਕਰ ਕੀਤਾ? ਗਿਰੇਬਾਨ ਤੋਂ ਭਾਵ ਕੀ ਹੈ? ਆਪਣੀ ਬੁੱਕਲ ਤੋਂ ਭਾਵ ਕੀ ਹੈ? ਆਪਣੇ ਅੰਦਰ, ਤੇਰੇ ਅੰਦਰ ਕੀ ਚੱਲ ਰਿਹਾ ਹੈ, ਜਿੱਥੋਂ ਤੱਕ ਦੂਜਾ ਨਹੀਂ ਵੇਖ ਸਕਦਾ, ਤੂੰ ਤੇ ਆਪਣੇ ਅੰਦਰ ਨੂੰ ਜਾਣਦਾ ਨਾ ਵੀ ਮੇਰੇ ਅੰਦਰ ਕੀ ਚੱਲ ਰਿਹਾ, ਮੇਰੀਆਂ ਸੋਚਾਂ ਕੀ ਨੇ, ਮੇਰੇ ਖਿਆਲ ਕੀ ਨੇ, ਮੇਰੇ ਅੰਦਰ ਕਿਹੋ ਜਿਹੀਆਂ ਗੱਲਾਂ ਚੱਲਦੀਆਂ, ਉਹਨੂੰ ਤੂੰ ਸਮਝ ਸਕਦਾ। ਸਿਰ ਨੀਵਾਂ ਕਰ ਦੇਖ, ਧੌਣ ਨੀਵੀਂ ਕਰਕੇ ਸਿਰ ਨਿਵਾ ਕੇ ਆਪਣੇ ਅੰਦਰ ਭਾਵ ਇਹ ਹੈ ਕਿ ਨਿਮਰਤਾ ਚਾਹ ਕੇ ਹਲੇਮੀ ਨਾਲ ਬਹਿ ਕੇ ਕਦੇ ਆਪਣਾ ਵੀ ਚਿੰਤਨ ਕਰਿਆ ਕਰ, ਵਿਚਾਰ ਕਰਿਆ ਕਰ ਕਿ ਤੂੰ ਕੀ ਹੈ। ਇਹ ਨਾ ਹੋਵੇ ਦੂਜਿਆਂ ਨੂੰ ਕਹਿੰਦਾ ਰਹਿ ਜਾਏ, ਦੂਜਿਆਂ ਦੀਆਂ ਗਲਤੀਆਂ ਛਾਣਦਾ ਰਹਿ ਜਾਏ ਤੇ ਖੁਦ ਦਾ ਤੈਨੂੰ ਪਤਾ ਵੀ ਨਾ ਹੋਵੇ। ਉਸੇ ਨੂੰ ਅੱਗੇ ਜਾ ਕੇ ਫਰਮਾਇਆ ਹੈ ਸਲੋਕਾਂ ਦੇ ਵਿੱਚ। ਔਰ ਕਬੀਰ ਸਾਹਿਬ ਨੇ ਵੀ ਉਸੇ ਨੂੰ ਕਿਹਾ, ਕਬੀਰ ਅਵਰਹ ਕਉ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਵੀ ਤੂੰ ਦਾਵਾ ਕਰੇ ਮੈਂ ਦੂਜਿਆਂ ਦੀ ਰਾਖੀ ਕਰ ਰਿਹਾ ਤੇ ਤੇਰਾ ਖੁਦ ਦਾ ਸਾਰਾ ਕੁਝ ਹੀ ਉੱਜੜ ਜਾਏ। ਨਹੀਂ, ਇਸ ਤਰ੍ਹਾਂ ਵੀ ਨਾ ਕਰੀ। ਦੂਜਿਆਂ ਦਾ ਭਲਾ ਕਰਨਾ ਚੰਗੀ ਗੱਲ ਹੈ, ਪਰ ਅਵੇਸਲੇ ਹੋਣਾ ਬਿਲਕੁਲ ਚੰਗੀ ਗੱਲ ਨਹੀਂ। ਤੋ ਅਗਲੇ ਸ਼ਲੋਕ ਵਿੱਚ ਫਰਮਾਇਆ, ਕਹਿਣ ਲੱਗੇ, ਫਰੀਦਾ ਜੋ ਤੈਂ ਮਾਰਨ ਮੁਕੀਆਂ, ਕਿ ਤੈਨੂੰ ਕੋਈ ਮੁਕੀਆਂ ਮਾਰਦਾ, ਭਾਵ ਤੇਰੇ ਤੇ ਕੋਈ ਵਧੀਕੀ ਕਰਦਾ। ਇਹਦਾ ਭਾਵ ਹੈ ਕਿ ਤੇਰੇ ਤੇ ਕੋਈ ਵਧੀਕੀ ਕਰਦਾ ਹੈ ਤਾਂ ਤੈਨਾਂ ਨਾ ਮਾਰੇ ਕੌਮ, ਕੁਝ ਬਰਦਾਸ਼ਤ ਦਾ ਮਾਦਾ ਰੱਖ। ਇੱਕ ਸੱਜਣ ਨੇ ਬੜਾ ਚਿਰ ਪਹਿਲਾਂ ਇਸ ਸ਼ਲੋਕ ਬਾਬਤ ਇਹ ਵਿਚਾਰ ਦਿੱਤਾ ਸੀ ਕਿ ਕੀ ਫਰੀਦ ਸਾਹਿਬ ਇੱਥੇ ਇਹ ਕਹਿਣਾ ਚਾਹੁੰਦੇ ਨੇ ਵੀ ਦੂਜਿਆਂ ਦੀ ਵਧੀਕੀ ਜਰੀ ਤੁਰੇ ਜਾਓ, ਜਰੀ ਤੁਰੇ ਜਾਓ? ਨੇ ਐਸਾ ਕਿੱਥੇ ਕਿਹਾ ਕਿ ਕੁਛ ਹੱਦ ਤੱਕ ਤੇ ਜਰਨਾ, ਜੇ ਤੁਸੀਂ ਪਹਿਲਾਂ ਹੀ ਹਥਿਆਰ ਚੁੱਕ ਕੇ ਤਿਆਰ ਰਹੋ, ਤੁਹਾਡੇ 'ਚ ਥੋੜਾ ਜਿੰਨਾ ਵੀ ਜਰਨ ਦਾ ਮਾਦਾ ਨਾ ਹੋਵੇ, ਫਿਰ ਤੇ ਸੰਸਾਰ ਚੱਲ ਪਿਆ। ਇੱਕ ਲਿਮਟ ਤੇ ਹੋਵੇ ਨਾ ਬੰਦੇ ਦੀ। ਇੱਥੇ ਇਹ ਥੋੜੀ ਕਿਹਾ ਵੀ ਬਿਲਕੁਲ ਹੀ ਬੇਗੈਰਤ ਹੋ ਜਾਓ, ਬੇਅਣਖੇ ਹੋ ਜਾਓ, ਜਰੀ ਤੁਰੇ ਜਾਓ, ਗੁਲਾਮ ਹੋ ਜਾਓ, ਧੱਕੇ ਸਹਿੰਦੇ ਰਹੋ, ਐਸਾ ਨਹੀਂ ਕਿਹਾ। ਇੱਥੇ ਕਿਹਾ ਵੀ ਕੁਝ ਹੱਦ ਤੱਕ ਕਿਤੇ ਧੀਰਜ ਤੇ ਬਰਦਾਸ਼ਤ ਵੀ ਤਾਂ ਕਰਕੇ ਵੇਖ ਨਾ ਥੋੜਾ ਜਿਹਾ, ਤੈਨੂੰ ਵੀ ਤਾਂ ਦੁਨੀਆ ਕਰਦੀ ਹੋਏਗੀ। ਆਪਾਂ ਅਕਸਰ ਕਹਿੰਦੇ ਨੇ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਔਰ ਬੜੇ ਮਾਣ ਨਾਲ ਅਸੀਂ ਕਹਿੰਦੇ ਹਾਂ ਗੱਲ, ਮੈਂ ਨਹੀਂ ਬਰਦਾਸ਼ਤ ਕਰਦਾ ਕਿਸੇ ਨੂੰ। ਕਿਉਂ ਬਈ? ਲੋਕ ਤੈਨੂੰ ਕਰਨ, ਤੂੰ ਕਿਸੇ ਨੂੰ ਕਿਉਂ ਨਾ ਕਰੇ? ਹੋਰੇ ਤੈਨੂੰ ਕੀ, ਤੇਰਾ ਕੀ ਦੁਨੀਆ ਬਰਦਾਸ਼ਤ ਕਰਦੀ ਹੋਏਗੀ? ਤੇਰੇ ਜਾਣਨ ਵਾਲੇ ਕਰਦੇ ਹੋਣਗੇ, ਅਵਾਇਡ ਕਰ ਦਿੰਦੇ ਵੀ ਕੋਈ ਨਹੀਂ। ਚੱਲ, ਜ਼ਿੰਦਗੀ ਇਸੇ ਨੂੰ ਕਹਿੰਦੇ, ਜ਼ਿੰਦਗੀ 'ਚ ਕੋਈ ਇੱਕੋ ਚੀਜ਼ ਨਹੀਂ ਚੱਲਦੀ, ਜ਼ਿੰਦਗੀ ਸਾਰੀਆਂ ਚੀਜ਼ਾਂ ਨਾਲ ਰਲ ਕੇ ਚੱਲਦੀ। ਕਿਤੇ ਬਰਦਾਸ਼ਤ ਕਰਨਾ ਪੈਂਦਾ ਹੈ, ਕਿਤੇ ਨਹੀਂ ਵੀ ਕਰਨਾ ਪੈਂਦਾ, ਕਿਤੇ ਧੀਰਜ ਕੰਮ ਦਿੰਦਾ ਹੈ, ਕਿਤੇ ਕੋਈ ਹੋਰ ਸਟੈਪ ਕੰਮ ਦਿੰਦਾ। ਇਹ ਸਾਰੇ ਗੁਣ ਨੇ, ਇਹਨਾਂ ਨੂੰ ਵਕਤ ਮੁਤਾਬਕ ਜੀਵਨ ਵਿੱਚ ਵਰਤਿਆ ਜਾਂਦਾ। ਕਈ ਵਾਰ ਧੀਰਜ ਨਾਲ ਲਿਆ ਹੋਇਆ ਕੰਮ ਬਹੁਤ ਭਲਾ ਕਰ ਜਾਂਦਾ, ਬਹੁਤ ਫਾਇਦਾ ਕਰ ਜਾਂਦਾ। ਤੋ ਇਸ ਨੂੰ ਕਹਿੰਦੇ ਨੇ ਬਾਬਾ ਸ਼ੇਖ ਫਰੀਦ ਸਾਹਿਬ
ਫਰੀਦਾ ਜੋ ਤੈਂ ਮਾਰਨ ਮੁਕੀਆਂ, ਜੋ ਤੇਰੇ ਤੇ ਵਧੀਕੀ ਕਰਦੇ ਨੇ ਤਿਨਾਂ ਨਾ ਮਾਰੇ ਘੁੰਮ। ਕਾਲ ਨਾ ਕਰ। ਘੁੰਮ ਦਾ ਮਤਲਬ ਹੁੰਦਾ ਵੀ ਉਸੇ ਵੇਲੇ ਹੀ ਰਿਐਕਟ ਨਾ ਕਰ, ਉਸੇ ਵੇਲੇ ਹੀ ਆਪਣਾ ਆਪ ਵਿਖਾਉਣ। ਇਹਦਾ ਮਤਲਬ ਹੈ ਵੀ ਤੇਰੇ ਅੰਦਰ ਪੇਸ਼ੈਂਸ ਨਹੀਂ, ਤੇਰੇ ਅੰਦਰ ਧੀਰਜ ਨਹੀਂ, ਤੇਰੇ ਅੰਦਰ ਟਿਕਾਓ ਨਹੀਂ। ਸਹਿਣ ਕਰ, ਸਿਚੁਏਸ਼ਨ ਵੇਖ, ਹਾਲਾਤ ਵੇਖ ਕਿਸ ਕਰਵਟ ਬੈਠਦੇ ਨੇ। ਕਈ ਵਾਰ ਤੇਰਾ ਧੀਰਜ ਜਿਹੜਾ ਹੈ ਉਹ ਬਦਲਵੇਂ ਮੁਕਾਬਲੇ ਨਾਲੋਂ ਜ਼ਿਆਦਾ ਫਾਇਦਾ ਕਰ ਜਾਂਦਾ ਹੈ, ਜ਼ਿਆਦਾ ਲਾਭ ਦੇ ਜਾਂਦਾ ਹੈ। ਕੀ ਕਰੀਏ ਫਿਰ? ਆਪਣੇ ਘਰ ਜਾਈਏ। ਆਪਣੇ ਘਰ ਦਾ ਮਤਲਬ ਹੈ ਆਪਣੇ ਨਿੱਜ ਘਰ ਵਿੱਚ ਟਿਕੇ ਰਹੀਏ, ਭਾਵ ਆਪਣਾ ਤਵਾਜ਼ਨ, ਆਪਣਾ ਸਹਿਜ ਨਾ ਗਵਾਚਣ ਦਈਏ। ਖਿੱਝ ਕੇ ਕਾਲੇ ਪੈ ਕੇ ਗਲਤੀ ਨਾ ਕਰੀਏ, ਭੁੱਲ ਨਾ ਕਰੀਏ ਕੋਈ। ਆਪਣੇ ਆਪ ਵਿੱਚ, ਇਹਨੂੰ ਆਪਾਂ ਕਹਿੰਦੇ ਨਾ ਆਪਣੇ ਆਪ 'ਚ ਰਹੋ, ਉਹਦਾ ਮਤਲਬ ਇਹ ਹੁੰਦਾ ਹੈ ਆਪਣੇ ਘਰ ਵਿੱਚ ਟਿਕੇ ਰਹੋ, ਆਪਣੇ ਆਪ ਵਿੱਚ ਸਮਾਏ ਰਹੋ। ਪੇਸ਼ੈਂਸ ਰੱਖੋ, ਜ਼ਬਤ ਰੱਖੋ, ਮਰਿਆਦਾ 'ਚ ਰੱਖੋ ਆਪਣੇ ਆਪ ਨੂੰ। ਤੁਹਾਡੀ ਕਾਹਲ, ਤੁਹਾਡੀ ਖਿੱਝ ਜਿਹੜੀ ਹੈ ਉਹ ਤੁਹਾਡੇ ਕਿਰਦਾਰ ਨੂੰ ਕ੍ਰੋਧ ਦੀ ਖੱਡ ਵਿੱਚ ਸੁੱਟ ਕੇ ਤਬਾਹ ਕਰ ਸਕਦੀ ਹੈ। ਵਕਤੀ ਕ੍ਰੋਧ ਵਿੱਚ ਬੰਦਾ ਬਹੁਤ ਵੱਡੀਆਂ ਭੁੱਲਾਂ ਕਰ ਜਾਂਦਾ। ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਵਾਕ ਕਿਹਾ, ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਉਹ ਕਹਿੰਦੇ ਨੇ, ਹੇ ਕ੍ਰੋਧ ਤੂੰ ਕਲੇ ਦਾ ਮੁੱਢ ਹੈ, ਕਲੇਸ਼ ਦੀ ਜੜ ਹੈ। ਤੂੰ ਜਿੱਥੇ ਹੋਏ ਨਾ ਉੱਥੇ ਕਲੇਸ਼ ਪੈਂਦਾ, ਬਖੇੜਾ ਖੜਾ। ਹੇ ਕਾਲ ਮੂਲ ਕ੍ਰੋਧਮ ਕਦੰਚ ਕਰੁਣਾ ਨਾ ਉਪਰਜਤ। ਕਦੰਚ ਮਤਲਬ ਥੋੜੀ ਜੀ ਕਰੁਣਾ, ਦਇਆ ਨਹੀਂ ਬੰਦੇ ਦੇ ਅੰਦਰ ਪੈਦਾ ਹੋਣ ਦਿੰਦਾ। ਜਿੱਥੇ ਤੂੰ ਆ ਜਾਏ ਉੱਥੇ ਦਇਆ ਦਾ ਕੀ ਕੰਮ ਹੈ, ਤਰਸ ਦਾ ਕੀ ਕੰਮ ਹੈ? ਬੰਦਾ ਆ ਨਹੀਂ ਵੇਂਦਾ, ਤਾ ਨਹੀਂ ਵੇਂਦਾ, ਵੱਡਾ ਨਹੀਂ ਵੇਖਦਾ, ਛੋਟਾ ਨਹੀਂ ਵੇਖਦਾ, ਕਿਸ ਬੰਦੇ ਦਾ ਰੁਤਬਾ ਕੀ ਹੈ ਇਹ ਨਹੀਂ ਵੇਖਦਾ, ਕੀ ਕਹਿਣਾ ਇਹ ਨਹੀਂ ਵੇਖਦਾ, ਕੀ ਕਰਨਾ ਇਹ ਨਹੀਂ, ਕਿਉਂਕਿ ਅਨਕੰਟਰੋਲ ਸਿਚੁਏਸ਼ਨ ਹੈ, ਆਪਣੇ ਆਪ ਤੇ ਕੰਟਰੋਲ ਨਹੀਂ। ਉਹ ਕੁਝ ਕਹਿ ਜਾਂਦਾ ਹੈ, ਸਾਰੀ ਜ਼ਿੰਦਗੀ ਕਈ ਵਾਰ ਮੁਆਫੀਆਂ ਵੀ ਮੰਗਦਾ ਤੇ ਕੋਈ ਸਾਰੀ ਜ਼ਿੰਦਗੀ ਝੋਰਾ ਵੀ ਕਰਦਾ ਵੀ ਕਾਹਨੂੰ। ਹੁਣ ਤੁਸੀਂ ਵੇਖੋ ਨਾ, ਕ੍ਰੋਧੀ ਹੋ ਕੇ ਕੋਈ ਕਿਸੇ ਦੇ ਸੱਟ ਲਾਦਾ ਹੈ, ਅਗਲਾ ਤੁਹਾਨੂੰ ਅਦਾਲਤ ਲੈ ਜਾਏ, ਤੁਸੀਂ ਜੱਜ ਸਾਹਮਣੇ ਕਹੋ, ਜਿਊਰੀ ਸਾਹਮਣੇ ਕਹੋ ਮੇਰਾ ਤਾਂ ਕੋਈ ਕਸੂਰ ਨਹੀਂ, ਗੁੱਸੇ 'ਚ ਹੋਇਆ। ਕਦੇ ਗੁੱਸੇ ਨੂੰ ਸਜ਼ਾ ਦਿੰਦੀ ਹੈ ਜਿਊਰੀ? ਤੁਹਾਨੂੰ ਦੇਵੇਗੀ, ਤੁਹਾਡੇ ਰਾਹੀਂ ਹੋਇਆ। ਗੁੱਸੇ ਨੂੰ ਸਜ਼ਾ ਨਹੀਂ ਮਿਲਣੀ ਉਹਨੂੰ ਹੈ ਜਿਹਨੇ ਗੁੱਸਾ ਕੀਤਾ ਹੈ। ਕੋਈ ਬੰਦਾ ਕਹੇ ਮੈਂ ਲਾਲਚ ਕਰਕੇ ਇਸ ਬੰਦੇ ਦੀਆਂ ਚੀਜ਼ਾਂ ਚੁੱਕੀਆਂ, ਚੋਰੀ ਕੀਤੀ, ਫਰਾਡ ਕੀਤਾ ਜੀ, ਮੈਨੂੰ ਬਖਸ਼ਿਆ ਜਾਏ, ਕਿਉਂਕਿ ਮੇਰਾ ਕੀ ਕਸੂਰ ਹੈ, ਤੇ ਲਾਲਚ ਕਰਕੇ ਹੋਇਆ। ਤੇ ਹਰ ਕੋਈ ਕਹੇਗਾ ਹੋਇਆ ਤੇ ਲਾਲਚ ਕਰਕੇ, ਕੀਤਾ ਤੇ ਤੂੰ ਹੈ ਨਾ। ਲਾਲਚ ਨੂੰ ਥੋੜਾ ਅਸੀਂ ਜੇਲ੍ਹ ਕਰ ਦੇਣੀ ਹੈ, ਕਰਨੀ ਤੇ ਤੈਨੂੰ ਹੈ। ਜੁਰਮਾਨਾ ਲਾਲਚ ਨੂੰ ਨਹੀਂ, ਤੈਨੂੰ ਪੈਣਾ, ਕਿਉਂਕਿ ਕੀਤਾ ਤੂੰ। ਮਹਾਰਾਜ ਨੇ ਇਸ ਨੂੰ ਕਿਹਾ ਹੈ, ਢਾ ਮੜੋਲੀ ਲੂਟਿਆ ਦੇਹੁਰਾ, ਸਾ ਧਨ ਪਕੜੀ ਏਕ ਜਨਾ। ਫੜੀ ਤੇ ਜਿੰਦ ਜਾਣੀ ਹੈ, ਇਹਨਾਂ ਦਾ ਕੀ ਜਾਣਾ, ਇਹ ਤਾਂ ਆਪਣਾ ਕੰਮ ਕੀਤਾ ਤੇ ਨਿਕਲ ਗਏ। ਤੋ ਸਤਿਗੁਰੂ ਉਸ ਨੂੰ ਆਖਦੇ ਨੇ, ਕਹਿਣ ਲੱਗੇ ਆਪਨੜਾ ਘਰ ਜਾਈਏ ਪੈਰ ਤਿਨਾਂ ਦੇ ਚੋਮਾ। ਨਿਮਰਤਾ ਰੱਖ ਕੇ, ਹਲੇਮੀ ਰੱਖ ਕੇ। ਉਹਨੂੰ ਬਾਬਾ ਸ਼ੇਖ ਫਰੀਦ ਸਾਹਿਬ ਨੇ ਅੱਗੇ ਜਾ ਕੇ ਲਿਖਿਆ, ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜਿਰਾਂਦ। ਇਹ ਵੇ ਆਫ ਲਾਈਫ ਹੈ। ਕਾਹਦੇ ਲਈ? ਜੇ ਤੂੰ ਦਰਵੇਸ਼ੀ ਕਮਾਉਣਾ ਚਾਹੁੰਦਾ ਹੈ, ਜੇ ਤੂੰ ਦੁਨੀਆ ਦੇ ਔਗਣਾਂ ਦੀ ਪੋਟਲੀ, ਜਿਹਦਾ ਪਿਛਲੇ ਸ਼ਲੋਕਾਂ ਜ਼ਿਕਰ ਹੈ, ਲਾ ਕੇ ਸੁੱਟਣਾ ਚਾਹੁੰਦਾ ਹੈ, ਤਾਂ ਆ ਤੈਨੂੰ ਗੁਣ ਸਟੈਪ ਬਾਈ ਸਟੈਪ ਆਪਣੀ ਜ਼ਿੰਦਗੀ 'ਚ ਧਾਰਨ ਕਰਨੇ ਪੈਣਗੇ। ਪਹਿਲਾ, ਦੂਜੇ ਦੇ ਔਗਣ ਛਾਨਣੇ ਛੱਡ ਦੇ, ਦੂਜਿਆਂ ਦੀ ਗੰਦਗੀ 'ਚ ਹੱਥ ਮਾਰਨਾ ਛੱਡ ਦੇ, ਉਸ ਨੂੰ ਜ਼ਿੰਦਗੀ ਦਾ ਮਕਸਦ ਨਾ ਬਣਾ, ਏਮ ਨਾ ਮਿਥ। ਤੇ ਦੂਜਾ, ਪੇਸ਼ੈਂਸ, ਜਿਰਾਂਦ, ਧੀਰਜ ਰੱਖਣੀ ਸਿੱਖ, ਕੁਝ ਜਰਨਾ ਸਿੱਖ। ਇਹਦੇ ਨਾਲ ਤੇਰਾ ਅੰਤਰ ਆਤਮਾ ਮਜ਼ਬੂਤ ਹੋਏਗਾ, ਤੇਰੀ ਸੁਰਤ ਪੱਕ ਜਾਏਗੀ। ਤੂੰ ਅੱਗੇ ਜਾ ਕੇ ਬਖਸ਼ਿਸ਼ ਕਰਦੇ ਨੇ, ਫਰੀਦਾ ਜਾਂ ਤੋ ਖੱਟਣ ਵੇਲ, ਤਾਂ ਤੂੰ ਰਤਾ ਦੁਨੀ ਸਿਓ, ਮਰਗ ਸਵਾਈ ਨੀ, ਜਾਂ ਭਰਿਆ ਤਾਂ ਲੱਦਿਆ। ਹੇ ਫਰੀਦਾ, ਜਾਂ ਤੋ ਖੱਟਣ ਵੇਲ, ਜਦੋਂ ਖੱਟੀ ਖੱਟਣ ਦਾ ਵੇਲਾ ਸੀ, ਕਮਾਈ ਕਰਨ ਦਾ ਸਮਾਂ ਸੀ,
ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਇਕੱਠੀਆਂ ਜ਼ਰੂਰੀ ਕਰਨੀਆਂ ਸਨ, ਜਦੋਂ ਵਕਤ ਸੀ ਵੀ ਤੂੰ ਕੁਝ ਗੁਣ, ਕੋਈ ਚੰਗਿਆਈ, ਕੋਈ ਧਰਮ, ਕੋਈ ਸੱਚ ਜੀਵਨ ਦੇ ਵਿੱਚ ਇਕੱਠਾ ਕਰੇ, ਉਹਦੀ ਪ੍ਰੈਕਟਿਸ ਕਰੇ, ਉਹੋ ਜਿਹਾ ਜੀਵਨ ਘੜੇ, ਤਾਂ ਤੂੰ ਰਤਾ ਦੁਨੀ ਸਿਓ। ਉਦੋਂ ਤੂੰ ਲੋਕਾਂ ਦੀ ਭਾਂਤ, ਚੱਲਾਂ ਦੁਨੀਆ ਭੱਤ, ਸੰਸਾਰ ਮੁਤਾਬਕ ਚੱਲ ਰਿਹਾ ਸੀ। ਉਦੋਂ ਤੂੰ ਹੰਕਾਰੀਆਂ ਵੱਲ ਵੇਖ ਕੇ ਹੰਕਾਰ ਦੀ ਪ੍ਰੈਕਟਿਸ ਕਰਦਾ ਰਿਹਾ, ਲੋਭੀਆਂ ਵੱਲ ਵੇਖ ਕੇ ਲੋਭ ਦੀ ਕਰਦਾ ਰਿਹਾ, ਈਰਖਾਲੂਆਂ ਕੋਲ ਬਹਿ ਕੇ ਈਰਖਾ ਦੀ ਪ੍ਰੈਕਟਿਸ ਕਰਦਾ ਰਿਹਾ। ਕਦੇ ਸਮਾਂ ਕੱਢਿਆ ਵੀ ਮੈਂ ਕੁਝ ਚੰਗਾ ਵੀ ਆਪਣੇ ਜੀਵਨ 'ਚ ਇਕੱਠਾ, ਤੂੰ ਲੋਭ ਇਕੱਠਾ ਕੀਤਾ, ਈਰਖਾ ਇਕੱਠੀ ਕੀਤੀ, ਭੇਦ ਭਾਵ, ਨਫ਼ਰਤਾਂ ਇਕੱਠੀਆਂ ਕੀਤੀਆਂ। ਕਦੇ ਆਪਣੀ ਜ਼ਿੰਦਗੀ 'ਚ ਧੀਰਜ ਇਕੱਠਾ ਕਰਨ ਦਾ ਵੀ ਅਭਿਆਸ ਕੀਤਾ, ਬਰਦਾਸ਼ਤ ਦਾ ਮਾਦਾ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਕੌੜਾ ਬੋਲਣਾ ਤੇ ਤੂੰ ਸਿੱਖ ਗਿਆ, ਮਿੱਠਾ ਬੋਲਣ ਦਾ ਵੀ ਕਦੇ ਅਭਿਆਸ ਕੀਤਾ। ਇਹ ਮੌਕੇ ਤੇ ਨਹੀਂ ਆਉਂਦੀਆਂ। ਹੁਣ ਵੇਖੋ ਨਾ, ਬੰਦੇ ਨੇ ਜਿਹੜੀ ਚੀਜ਼ ਅੰਦਰ ਹੀ ਨਾ ਹੋਵੇ। ਹੁਣ ਆਪਾਂ ਕਈ ਵਾਰ ਐਸੇ ਹੁੰਦੇ ਨਾ, ਆਪਣਾ ਸੁਭਾਅ ਹੁੰਦਾ ਹੈ ਵੀ ਸਾਨੂੰ ਕੋਈ ਕਵੇ ਵੀ ਆਹ ਗੱਲ ਨਾ ਉੱਥੇ ਜਾ ਕੇ ਕਰੀ। ਹੁਣ ਉਹਨਾਂ ਨੂੰ, ਅਗਲਿਆਂ ਨੂੰ ਸਾਡੀ ਆਦਤ ਦਾ ਪਤਾ ਹੁੰਦਾ ਵੀ ਇਹਨੇ ਰਹਿਣਾ ਨਹੀਂ, ਉਹ ਸਾਨੂੰ ਕਿੰਨਾ ਸਮਝਾ, ਅਸੀਂ ਫਿਰ ਉਹੀ ਕਰਦੇ ਹਾਂ ਜਿੱਤੋਂ ਉਹਨਾਂ ਰੋਕਿਆ ਹੋਵੇ। ਉਹਦਾ ਕਾਰਨ ਕੀ ਹੁੰਦਾ ਹੈ? ਅਗਲੇ ਫਿਰ ਸਾਨੂੰ ਕਹਿੰਦੇ ਇੰਨਾ ਸਮਝਾਇਆ ਤੈਨੂੰ ਫਿਰ ਵੀ ਨਹੀਂ ਲੱਗਦੀ। ਪਰ ਹੁਣ ਬੰਦਾ ਕਰੇ ਕੀ? ਜੋ ਅੰਦਰ ਹੈ ਉਸੇ ਨੇ ਬਾਹਰ ਨਿਕਲਣਾ। ਜਿਹੜੀ ਚੀਜ਼ ਕਮਾਈ ਨਹੀਂ ਉਹ ਮੈਂ ਕਿੱਥੋਂ ਖਰਚ ਕਰ ਲਵਾਂ? ਜੋ ਮੇਰੇ ਕੋਲ ਹੈ ਹੀ ਨਹੀਂ ਉਹਨੂੰ ਮੈਂ ਕਿਵੇਂ ਵਰਤ ਲਵਾਂ? ਤੁਸੀਂ ਦੱਸੋ। ਉਹ ਜਿਹੜੀ ਚੀਜ਼ ਵਰਤੀ ਜਾਣੀ ਹੈ ਨਾ, ਉਹਨੂੰ ਪਹਿਲਾਂ ਕਮਾਇਆ ਜਾਣਾ ਹੈ, ਉਹਨੂੰ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕੀਤਾ ਜਾਣਾ ਹੈ। ਮੌਕੇ ਤੇ ਨਹੀਂ ਇਹ ਚੀਜ਼ਾਂ ਉੜਦੀਆਂ। ਹੁਣ ਜੇ ਸਾਰੀ ਜ਼ਿੰਦਗੀ ਕੁੜਤਣੀ ਇਕੱਠੀ ਕੀਤੀ ਹੋਵੇ ਤਾਂ ਐਨ ਮੌਕੇ ਦੇ ਉੱਤੇ ਆ ਕੇ ਬੰਦਾ ਮਿਠਾਸ ਕਿੱਥੋਂ ਵਰਤ ਲੇ? ਜਿਹੜੀ ਚੀਜ਼ ਹੈ ਹੀ ਨਹੀਂ ਤੁਸੀਂ ਵਰਤੋਗੇ ਕਿਵੇਂ? ਉਹ ਅਵੇਲੇਬਲ ਵੀ ਤਾਂ ਹੋਣੀ ਚਾਹੀਦੀ ਹੈ ਨਾ, ਮੁਯੱਸਰ ਵੀ ਤਾਂ ਹੋਣੀ ਚਾਹੀਦੀ ਹੈ, ਉਹ ਮੌਜੂਦ ਵੀ ਤਾਂ ਹੋਵੇ, ਤਾਂ ਹੀ ਵਰਤੋਗੇ ਨਾ। ਘਰ ਵਿੱਚ ਜਿਹੜੀ ਚੀਜ਼ ਹੈ ਹੀ ਨਹੀਂ, ਆਪਾਂ ਉਹਨੂੰ ਮੌਕੇ ਤੇ ਕਿੱਥੋਂ ਵਰਤ ਲਈਏ? ਇਸ ਵਾਸਤੇ ਉਹਨੂੰ ਕਹਿੰਦੇ ਨੇ ਕਮਾਈ, ਉਹਨੂੰ ਕਹਿੰਦੇ ਨੇ ਨਾਮ ਜਪਣਾ, ਉਹਨੂੰ ਕਹਿੰਦੇ ਨੇ ਅਭਿਆਸ ਕਰਨਾ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਹਾੜ। ਅਸੀਂ ਕਹਿੰਦੇ ਹਾਂ, ਜਿਸ ਵੇਲੇ ਧੀਰ ਮੱਲ ਨੇ ਹਮਲਾਵਰ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਤੇ ਹਮਲਾ ਕੀਤਾ, ਮਹਾਰਾਜ ਨੇ ਬੜਾ ਧੀਰਜ ਵਿਖਾਇਆ। ਐਵੇਂ ਨਹੀਂ ਵਿਖਾਇਆ, ਕਮਾਈ ਕੀਤੀ ਹੈ ਉਹਦੀ। ਉਹ ਧੀਰਜ ਕਮਾਇਆ, ਉਹ ਸਹਿਜ ਕਮਾਇਆ, ਉਹ ਨਿਮਰਤਾ ਕਮਾਈ ਹੈ, ਉਹ ਹਲੇਮੀ ਕਮਾਈ ਹੈ ਜੀਵਨ 'ਚ। ਆਪਣੇ ਆਪ ਤੇ ਜ਼ਬਤ ਰੱਖਿਆ, ਆਪਣੇ ਆਪ ਨੂੰ ਸਾਧਿਆ, ਆਪਣੇ ਆਪ ਨੂੰ ਮਰਿਆਦਾ 'ਚ ਲਿਆਂਦਾ ਹੈ। ਇਹੀ ਮਸ਼ੱਕਤ ਹੈ, ਇਹੀ ਤੇ ਸਭ ਤੋਂ ਔਖਾ ਕੰਮ ਹੈ। ਪਰ ਅਸੀਂ ਚੱਲਦੇ ਹਾਂ ਚੱਲਾਂ ਦੁਨੀਆ ਭੱਤ, ਸੰਸਾਰ ਮੁਤਾਬਕ, ਕਿ ਦੂਜਾ ਕਰਦਾ ਤੂੰ ਵੀ ਕਰੀ ਜਾ, ਕੀ ਫਰਕ ਪੈਂਦਾ? ਤੂੰ ਜਿਹੜੇ ਦੁੱਖੜੇ ਮਨ ਕਰਕੇ ਉਹ ਸਹਿੰਦਾ, ਅਸੀਂ ਵੀ ਸਹਿੰਦੇ ਹਾਂ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਵੀ ਸਾਰਾ ਸੰਸਾਰ ਹੀ ਰੋਗੀ ਬਿਮਾਰ ਹੈ। ਤੋ ਇੱਥੇ ਜਿਹੜਾ ਸ਼ਬਦ ਵਰਤਿਆ ਫਰਮਾਉਂਦੇ ਨੇ, ਜਾਂ ਤਾਂ ਉਹ ਖੱਟਣ ਵੇੜ ਤਾਂ ਤੂੰ ਰਤਾ ਦੁਨੀ ਸਿਓ। ਉਦੋਂ ਤੂੰ ਦੁਨੀਆ, ਚੱਲਾਂ ਦੁਨੀਆ ਭੱਤ, ਉਹਨਾਂ ਸੰਸਾਰੀ ਔਗਣਾਂ ਵਿੱਚ ਰਤਿਆ ਹੋਇਆ ਸੀ। ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਉਦੋਂ ਤੇਰੀ ਮੌਤ ਦੀ ਨੀਂਹ ਮਜ਼ਬੂਤ ਹੋ ਰਹੀ ਸੀ, ਭਾਵ ਮਰਨ ਦਾ ਸਮਾਂ ਉਧਰੋਂ ਨੇੜੇ ਆ ਰਿਹਾ ਸੀ, ਇਧਰੋਂ ਤੂੰ ਆਪਣੇ ਔਗਣ ਪੱਕੇ ਕਰੀ ਗਿਆ। ਆਤਮਕ ਮੌਤ ਵੀ ਉਧਰੋਂ ਤੈਨੂੰ ਘੇਰਾ ਕੱਤੀ ਖੜੀ ਰਹੀ, ਤੇ ਸਰੀਰ ਦੀ ਮੌਤ ਦਾ ਸਮਾਂ ਵੀ ਨੇੜੇ ਆਉਂਦਾ। ਤੇ ਔੜਕ ਨੂੰ ਕੀ ਹੋਇਆ? ਜਦੋਂ ਉਹ ਰਹਿ ਨਾ ਭਰੀਆ ਪਾਈਏ, ਜਦੋਂ ਸਮਾਂ ਪੁੱਗ ਗਿਆ, ਪਾਈ ਭਰ ਗਈ, ਲੱਦਿਆ ਉੱਠ ਕੇ ਤੁਰ ਪਿਆ। ਫਿਰ ਤਾਂ ਕੋਈ ਚਾਰਾ ਨਹੀਂ ਸੀ ਨਾ। ਪਰ ਉਹ ਜਿਹੜਾ ਇੰਪੋਰਟੈਂਟ ਟਾਈਮ ਸੀ, ਹੁਣ ਆਪਾਂ ਕਹਿੰਦੇ ਨਾ ਵੀ ਨਵਾਂ ਸਾਲ, ਵੀ ਕੈਲੰਡਰ ਦੀ ਤਰੀਕ ਤੇ ਬਦਲ ਜਾਏਗੀ, ਉਹ ਤਾਂ ਸਾਡੀ ਜ਼ਿੰਦਗੀ 'ਚ ਕਿੰਨੀਆਂ ਬਦਲੀਆਂ। ਹੁਣ ਜਰਾ ਸੋਚੋ ਨਾ, ਜਿੰਨੀ ਸਾਡੀ ਏਜ ਹੈ, ਇੰਨੇ ਕੈਲੰਡਰ ਤਾਂ ਆਪਾਂ ਬਦਲ ਹੀ ਲਏ ਨਾ। ਪਰ ਮੈਂ ਕੀ ਬਦਲਿਆ ਆਪਣਾ? ਕਈ ਐਸੇ ਸੱਜਣ ਵੀ ਹੁੰਦੇ ਨੇ, ਉਹ ਜ਼ਰੂਰ ਲਿਖ ਕੇ ਪਾਉਂਦੇ ਨੇ, ਮੈਸੇਜ ਕਰਦੇ ਨੇ, ਟੈਕਸਟ ਮੈਸੇਜ, ਵੀ ਜੇ ਕਿਸੇ ਦਾ ਮੇਰੇ ਨਾਲ ਮਨ ਮੁਟਾਵ ਹੋਵੇ ਭਾਈ, ਮੈਂ ਮਾਫੀ ਮੰਗਦਾ। ਆਪਾਂ ਹੁਣ ਨਵਾਂ ਜਿਹੜਾ ਸਮਾਂ, ਨਵਾਂ ਨਿਊ ਈਅਰ ਹੈ, ਨਵਾਂ ਸਾਲ, ਇਹਨੂੰ ਆਪਾਂ ਹੁਣ ਪਿਛਲੀਆਂ ਗੱਲਾਂ ਛੱਡ ਕੇ ਅੱਗੇ ਤੁਰਨਾ। ਅਗਲੇ ਸਾਲ ਵੀ ਇਹੋ ਕਹਿਣਗੇ ਉਹ, ਕਿਉਂਕਿ ਉਹਨਾਂ ਨੂੰ ਪਤਾ ਹੈ ਹਟਣਾ ਮੈਂ ਵੀ ਨਹੀਂ ਤੇ ਹਟਣਾ ਦੂਜੇ ਵੀ ਨਹੀਂ।
ਤਾਂ ਉਹ ਮੈਸੇਜ ਪੱਕਾ ਹੀ ਰੱਖਿਆ ਫੋਨ 'ਚ, ਉਹ ਫੇਸਬੁੱਕ 'ਤੇ ਵੀ ਪਾ ਦੇਣਾ, ਸਨੈਪਚੈਟ 'ਤੇ ਵੀ ਪਾ ਦੇਣਾ, ਟੈਕਸਟ ਮੈਸੇਜ ਵੀ ਕਰ ਦੇਣਾ, ਉਹ ਸਾਰਿਆਂ ਨੂੰ ਉਹ ਪੱਕਾ ਹੀ ਹੈ। ਇੱਧਰੋਂ ਆਇਆ ਇੱਧਰ ਤੋਰ ਦਿੱਤਾ। ਅਸੀਂ ਸਾਰੇ ਹੀ ਖਿਮਾ ਕਰਨਾ, ਅਸੀਂ ਸਾਰੇ ਹੀ ਇੱਕ ਖੇਡ ਖੇਡ ਰਹੇ ਹਾਂ ਇੱਕ ਦੂਜੇ ਨੂੰ ਪਤਿਆਉਣ ਦੀ। ਸੱਚਾਈ ਹੈ ਵੀ ਉਸ ਮੈਸੇਜ ਵਿੱਚ ਅਸੀਂ ਖੁਦ ਇਨਵੋਲਵ ਹੀ ਨਹੀਂ ਹਾਂ। ਆਇਆ ਚੰਗਾ ਲੱਗਿਆ, ਅੱਗੇ ਤੋਰ ਦਿੱਤਾ, ਵੀ ਜਿਵੇਂ ਉਸ ਬੰਦੇ ਦਾ ਮੇਰੇ ਤੇ ਇੰਪ੍ਰੈਸ਼ਨ ਪਿਆ, ਮੇਰਾ ਗਾਂ ਕਿਸੇ ਦੇ ਪੈ ਜਾਏ। ਪਰ ਬੰਦਾ ਉਹੀ ਹੈ, ਈਰਖਾ ਵੀ ਉਹੀ ਜਿਹੜੀ 20 'ਚ ਸੀ 21 'ਚ ਰਹੇਗੀ। ਜਿੰਨੇ ਕੈਲੰਡਰ ਬਦਲਦੇ ਜਾਣਗੇ ਬੰਦਾ ਉੱਥੇ ਹੀ ਖੜਾ ਰਹੇਗਾ, ਕਿਉਂਕਿ ਇਹਨੇ ਮਿਥ ਲਿਆ ਵੀ ਮੈਂ ਸਹੀ ਹਾਂ, ਇਹਨੇ ਮਿਥ ਲਿਆ ਵੀ ਸਾਰਾ ਸੰਸਾਰ ਗਲਤ ਹੋ ਸਕਦਾ ਹੈ, ਮੈਂ ਨਹੀਂ ਹੋ ਸਕਦਾ। ਤਾਂ ਕੀ ਅਰਥ ਹਨ ਇਹਨਾਂ ਗੱਲਾਂ ਦੇ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਇਸ ਪਾਸੇ ਵੀ ਅਵੇਅਰ ਕਰਦੇ ਨੇ ਵੀ ਆਪਣੀ ਸੁਰਤ ਨੂੰ, ਆਪਣੀ ਸੁਰਤ ਦੇ ਜਾਲੇ ਵੀ ਲਾ, ਆਪਣੇ ਮਨ ਦੀ ਮੈਲ ਵੀ ਛੱਡ। ਆਪਣੀ ਜ਼ਿੰਦਗੀ ਦੇ ਵਿੱਚ ਉਹ ਔਗਣ ਜਿਹੜੇ ਤੈਨੂੰ ਵੀ ਦੁਖੀ ਕਰਦੇ ਨੇ ਔਰ ਤੇਰੀ ਵਜ੍ਹਾ ਕਰਕੇ ਦੂਸਰਿਆਂ ਲਈ ਵੀ ਪਰੇਸ਼ਾਨੀ ਦਾ ਸਬੱਬ ਬਣਦੇ ਨੇ, ਉਹਨਾਂ ਨੂੰ ਵੀ ਛੱਡਣ ਦੀ ਕੋਈ ਚਾਰਾ ਜੋਈ ਕਰ। ਇਹ ਤੇਰੇ ਭਲੇ ਲਈ ਹੈ। ਤੋ ਅੱਗੇ ਜਾ ਕੇ ਫਰਮਾਉਂਦੇ ਨੇ, ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਇਹ ਫਰੀਦਾ ਵੇਖ, ਭਾਵ ਧਿਆਨ ਦੇ, ਅਹਿਸਾਸ ਕਰ ਜੋ ਕੁਝ ਹੋ ਗਿਆ। ਥੀਆ ਦਾ ਮਤਲਬ ਹੁੰਦਾ ਜੋ ਵਾਪਰ ਰਿਹਾ, ਜੋ ਵਾਪਰ ਗਿਆ ਉਹਨੂੰ ਉਹਦਾ ਵੀ ਅਹਿਸਾਸ ਕਰ ਵੀ ਹੋਇਆ ਕੀ। ਦਾੜੀ ਹੋਈ ਭੂਰ, ਦਾੜੀ ਚਿੱਟੀ ਹੋ ਗਈ, ਕੇਸਾਂ ਦੇ ਰੰਗ ਬਦਲ ਗਏ। ਇੱਥੇ ਭਾਵ ਕੇਸਾਂ ਦਾ ਰੰਗ ਬਦਲਣ ਤੋਂ ਹੈ ਵੀ ਉਮਰ ਵਿਆਹ ਗਈ। ਹੁਣ ਕੋਈ ਇਹ ਵੀ ਕਹਿ ਸਕਦਾ ਵੀ ਕੇਸਾਂ ਦੇ ਰੰਗ ਤਾਂ ਮੇਰੇ 'ਚ ਫਿਜ਼ੀਕਲੀ ਕਮਜ਼ੋਰੀ ਕਰਕੇ ਹੀ ਬਦਲ ਗਏ ਨੇ, ਤੇ ਹੁੰਦਾ ਵੀ ਇਸ ਤਰ੍ਹਾਂ ਬਹੁਤਿਆਂ ਨਾਲ, ਕਈਆਂ ਨਾਲ ਬੜੀ ਛੋਟੀ ਉਮਰ, ਸਿਰ ਦੇ ਵਾਲ ਸਾਰੇ ਚਿੱਟੇ ਹੋ ਗਏ। ਇੱਥੇ ਉਸ ਗੱਲ ਦਾ ਜ਼ਿਕਰ ਨਹੀਂ ਹੈ, ਇੱਥੇ ਇਸ ਗੱਲ ਦਾ ਜ਼ਿਕਰ ਹੈ ਵੀ ਤੂੰ ਜੇ ਉਮਰ ਦਰਾਜ਼ ਹੋ ਗਿਆ, ਜੀਵਨ ਦਾ ਇੱਕ ਪੈਂਡਾ ਤੂੰ ਲੰਮਾ ਤੈਅ ਕਰ ਲਿਆ, ਹੁਣ ਕੇਸਾਂ ਦਾ ਰੰਗ ਬਦਲ ਰਿਹਾ ਹੈ, ਤੇ ਇਹਦਾ ਮਤਲਬ ਹੈ ਵੀ ਤੂੰ ਉਮਰ ਦਾ ਇੱਕ ਲੰਮਾ ਪੈਂਡਾ ਤੈਅ ਕਰ ਲਿਆ, ਹੁਣ ਪਿੱਛਾ ਰਹਿਆ ਦੂਰ। ਹੁਣ ਜਨਮ ਸਮੇਂ ਦੀ ਗੱਲ ਦੂਰ ਹੈ ਤੇ ਸਫ਼ਰ ਤੂੰ ਇੰਨਾ ਕਰ ਲਿਆ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਹੁਣ ਅਗਲਾ ਪਾਸਾ ਤੇਰੇ ਨੇੜੇ ਆ ਰਿਹਾ, ਕਿਉਂਕਿ ਤੂੰ ਸਫ਼ਰ 'ਚ ਹੈ ਨਾ। ਅਸੀਂ ਘਰ ਤੋਂ ਚੱਲੇ ਗੁਰਦੁਆਰਾ ਸਾਹਿਬ, ਜਿਉਂ ਤੁਸੀਂ ਇੱਕ ਇੱਕ ਪੈਰ ਤੁਰਦੇ ਗਏ, ਜਿਉਂ ਤੁਸੀਂ ਇੱਧਰ ਨੂੰ ਤੁਰੇ ਆਏ ਹੋ, ਤਿਉਂ ਘਰ ਦੂਰ ਰਹਿ ਗਿਆ ਨਾ, ਗੁਰਦੁਆਰਾ ਨੇੜੇ ਹੋ ਗਿਆ, ਕਿਉਂਕਿ ਤੁਹਾਡੀ ਜਿਹੜੀ ਦਿਸ਼ਾ ਹੈ ਤੁਸੀਂ ਉਸ ਪਾਸੇ ਜਾ ਰਹੇ। ਅਸੀਂ ਜਦੋਂ ਜਨਮ ਲੈ ਕੇ ਜੀਵਨ ਜਿਉਣਾ ਸ਼ੁਰੂ ਕਰਦੇ ਹਾਂ ਤੇ ਸਾਡਾ ਸਫ਼ਰ ਮੌਤ ਵੱਲ ਹੁੰਦਾ ਹੈ। ਇੱਕ ਘੜੀ, ਇੱਕ ਪਲ, ਹੌਲੀ 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 ਸਾਲਾਂ ਦੇ ਵਿੱਚ ਉਹ ਚੀਜ਼ ਲੈਸ ਹੁੰਦੀ ਜਾਂਦੀ। ਹੁਣ ਕੋਈ ਇਹ ਤਾਂ ਨਹੀਂ ਨਾ ਕਹਿ ਸਕਦਾ ਵੀ ਜੇ ਮੈਂ ਆਪਣੀ ਜ਼ਿੰਦਗੀ ਦੇ 36 ਸਾਲ ਹੰਢਾ ਲਏ ਤੇ ਉਹ 36 ਮੈਨੂੰ ਦੁਬਾਰਾ ਫਿਰ ਮਿਲਣਗੇ, ਉਹਨਾਂ ਨੂੰ ਵਿਆਜ ਲੱਗੇਗਾ, ਨਹੀਂ, ਉਹ ਤੇ ਲੈਸ ਹੈ, ਉਹ ਨਹੀਂ ਆਉਣੇ, ਉਹ ਤੇ ਗੁਜ਼ਰ ਗਏ। ਜਿਹੋ ਜਿਹੇ ਵੀ ਸਨ ਉਹਨਾਂ ਨੇ ਨਾ ਵਾਪਸ ਪਰਤਣਾ ਹੈ, ਨਾ ਉਹਨਾਂ 'ਚ ਕੋਈ ਤਬਦੀਲੀ ਹੋ ਸਕਦੀ, ਉਹ ਤਾਂ ਫਿਕਸ ਹੈ। ਤੇ ਅਗਲੇ ਦਾ ਕੋਈ ਦਾਅਵਾ ਨਹੀਂ ਵੀ ਕਿੰਨਾ ਸਮਾਂ ਹੈ। ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਮੌਤ ਦਾ ਸਮਾਂ, ਚੱਲਣ ਦਾ ਵਕਤ, ਜ਼ਿੰਦਗੀ ਦੀ ਐਂਡਿੰਗ। ਪਿੱਛਾ ਰਹਿਆ ਦੂਰ, ਜਿਹੜਾ ਪਿਛਲਾ ਪਿਛੋਕੜ ਸੀ ਜਨਮ ਤੋਂ ਲੈ ਕੇ, ਉਹ ਸਾਰਾ ਹੁਣ ਦੂਰ ਰਹਿ ਰਿਹਾ। ਹੁਣ ਤਾਂ ਬੰਦੇ ਨੂੰ ਮੋਟੀਆਂ ਮੋਟੀਆਂ ਗੱਲਾਂ ਯਾਦ ਰਹਿੰਦੀਆਂ ਨੇ। ਤਾਂ ਅੱਗੇ ਜਾ ਕੇ ਬਚਨ ਕਰਦੇ ਹਨ, ਦੇਖ ਫਰੀਦਾ ਜੇਥੀਆ ਸ਼ੱਕਰ ਹੋਈ ਵਿਸ, ਸਾਈਂ ਬਾਝੋਂ ਆਪਣੇ ਵੇਦਣ ਕਹੀਐ ਕਿਸ। ਇਹ ਫਰੀਦਾ, ਇਹ ਵੀ ਵੇਖ, ਇਹਦਾ ਵੀ ਅਹਿਸਾਸ ਕਰ, ਇਸ ਨੂੰ ਵੀ ਸਮਝ ਕੀ ਵਾਪਰ ਗਿਆ। ਸ਼ੱਕਰ ਹੋਈ ਵਿਸ,
ਸ਼ੱਕਰ ਮਿਠਾਸ ਨੂੰ ਕਹਿੰਦੇ ਆਪਾਂ, ਮਿੱਠੇ ਨੂੰ। ਵਿਸ ਕਹਿੰਦੇ ਨੇ ਜ਼ਹਿਰ, ਵੇਖ ਨੂੰ। ਵੇ ਤੇਰੀ ਤਾਂ ਖੰਡ ਵੀ ਜ਼ਹਿਰ ਹੋ ਗਈ। ਇਹਦਾ ਮਤਲਬ ਹੈ ਜਿਹੜੇ ਔਗਣ ਤੇ ਜਿਹੜੇ ਵਿਕਾਰਾਂ ਨੂੰ ਤੂੰ ਮਿੱਠਾ ਸਮਝ ਕੇ ਸਾਰੀ ਜ਼ਿੰਦਗੀ ਉਹਨਾਂ ਦਾ ਟੇਸਟ ਕਰਦਾ ਰਿਹਾ, ਉਹਨਾਂ ਨੇ ਤੈਨੂੰ ਜ਼ਹਿਰ ਦੇ ਜ਼ਹਿਰੀਲੇ ਰਿਐਕਸ਼ਨ ਤੋਂ ਬਿਨਾਂ ਕੁਝ ਦਿੱਤਾ। ਮੰਦੇ ਕਰਮ ਚੰਗੇ ਲੱਗਦੇ ਨਾ ਬੰਦੇ ਨੂੰ ਕਰਨੇ, ਪਹਿਲੋਂ ਤਾਂ ਉਹ ਸ਼ੌਂਕ ਨਾਲ ਕਰਦਾ, ਵਿਖਾਵੇ ਲਈ ਕਰਦਾ, ਕਿਸੇ ਭਾਵਨਾ ਦੇ ਵੇਗ 'ਚ ਕਰਦਾ, ਕਿਸੇ ਸੰਗਤ ਦੇ ਪ੍ਰਭਾਵ ਕਰਕੇ ਕਰਦਾ, ਫਿਰ ਖੁਦ ਉਹਨਾਂ ਨੂੰ ਪਾਰਟ ਆਫ ਲਾਈਫ, ਜ਼ਿੰਦਗੀ ਦਾ ਹਿੱਸਾ ਬਣਾ ਲੈਂਦਾ ਤੇ ਕਰਦਾ ਰਹਿੰਦਾ, ਕਿਉਂਕਿ ਉਹਨਾਂ ਦਾ ਸਵਾਦ ਪੈ ਜਾਂਦਾ। ਤੇ ਹੌਲੀ ਹੌਲੀ ਉਹਨਾਂ ਦਾ ਫਿਰ ਰਿਐਕਸ਼ਨ ਵੀ ਤੇ ਹੋਣਾ ਹੈ ਨਾ। ਉਹਦਾ ਜਿਹੜਾ ਰਿਐਕਸ਼ਨ ਹੈ ਉਹ ਜ਼ਹਿਰੀਲਾ ਹੈ, ਜਿਸ ਨੂੰ ਬਾਣੀ ਦੇ ਵਿੱਚ ਕਿਹਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਗੁਰੂ ਸਾਹਿਬ ਨੂੰ ਪੁੱਛਿਆ, ਮਹਾਰਾਜ ਮਿੱਠਾ ਕਿਸ ਨੂੰ ਕਿਹਾ ਜਾਏ, ਮਿੱਠੇ ਦੀ ਪਰਿਭਾਸ਼ਾ ਕੀ ਹੈ? ਸਤਿਗੁਰੂ ਨੇ ਆਖਿਆ ਜਿਹੜੀ ਚੀਜ਼ ਤੁਹਾਡੀ ਜ਼ਿੰਦਗੀ 'ਚ ਰਿਐਕਸ਼ਨ ਚੰਗਾ ਪੈਦਾ ਕਰੇ, ਉਹਨੂੰ ਅਸੀਂ ਕਹਿੰਦੇ ਆਪਣੀ ਬੋਲੀ 'ਚ ਰਾਸ ਆ ਜਾਏ, ਉਹ ਮਿੱਠੀ ਹੈ। ਕੱਲੀ ਟੇਸਟ ਉੱਤੇ ਨਾ ਜਾਣਾ। ਹੁਣ ਜਿਵੇਂ ਆਪਾਂ ਕਹੀਏ ਨਾ, ਕਿਸੇ ਨੂੰ ਡਾਇਬਟੀਜ਼ ਹੋਵੇ, ਸ਼ੂਗਰ ਹੋਵੇ, ਹੁਣ ਜੇ ਉਹਨੂੰ ਖੰਡ ਦੇਈ ਜਾਓ ਤੁਸੀਂ, ਖੰਡ ਦਾ ਸਵਾਦ ਤੇ ਨਹੀਂ ਨਾ ਬਦਲਣਾ, ਭਾਵੇਂ ਸ਼ੂਗਰ ਦਾ ਮਰੀਜ਼ ਹੋਵੇ ਤੇ ਭਾਵੇਂ ਨਾ ਹੋਵੇ, ਉਹਦਾ ਜ਼ੁਬਾਨ ਨੂੰ ਤਾਂ ਉਹਨੇ ਮਿੱਠੀ ਲੱਗਣਾ ਹੈ ਨਾ, ਪਰ ਉਹਦਾ ਰਿਐਕਸ਼ਨ ਕੀ ਹੋਏਗਾ? ਹੁਣ ਆਪਾਂ ਡਾਕਟਰ ਨਾਲ ਜਿਦੀਏ ਵੀ ਇਹ ਤਾਂ ਮਿੱਠੀ ਹੈ, ਮੇਰਾ ਕਿਵੇਂ ਨੁਕਸਾਨ ਕਰ ਸਕਦੀ ਹੈ, ਉਹ ਕਹੇਗਾ ਵੀ ਜ਼ੁਬਾਨ ਨੂੰ ਮਿੱਠੀ ਲੱਗੇ, ਟੇਸਟ ਇਹਦਾ ਮਿੱਠਾ ਹੈ, ਰਿਐਕਸ਼ਨ ਇਹਦਾ ਮਿੱਠਾ ਨਹੀਂ, ਰਿਐਕਸ਼ਨ ਇਹਦਾ ਜ਼ਹਿਰ ਵਰਗਾ, ਜਾਂ ਜ਼ਹਿਰ ਖਾ ਲੈ ਜਾਂ ਇਹ ਖਾ ਲੈ, ਇੱਕੋ ਹੀ ਗੱਲ ਹੈ। ਇਹ ਸਲੋ ਪੋਇਜ਼ਨ ਹੈ, ਇਹ ਤੇਰੇ ਸਰੀਰ ਨੂੰ ਗਾਲ ਦੇਗਾ, ਕਿਉਂਕਿ ਤੇਰਾ ਸਰੀਰ ਇਸ ਚੀਜ਼ ਨੂੰ ਜਜ਼ਬ ਕਰਨ ਦੀ ਤਾਕਤ ਨਹੀਂ ਰੱਖਦਾ। ਇਸ ਵਾਸਤੇ ਮਿੱਠਾ ਸੋ ਜੇ ਭਾਵਦਾ। ਤੋ ਇਸ ਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਵੀ ਤੇਰੀ ਤਾਂ ਸ਼ੱਕਰ ਵੀ ਜ਼ਹਿਰ ਹੋ ਗਈ, ਮਤਲਬ ਤੇਰੇ ਉਹ ਵਿਸ਼ੇ ਚਸਕੇ, ਤੇਰੇ ਔਗਣ ਜਿਨ੍ਹਾਂ ਨੂੰ ਤੂੰ ਪਾਰਟ ਆਫ ਲਾਈਫ, ਜੀਵਨ ਦਾ ਹਿੱਸਾ ਬਣਾਇਆ, ਉਹਨਾਂ ਦਾ ਰਿਐਕਸ਼ਨ ਵੇਖ ਜ਼ਹਿਰ ਵਰਗਾ ਹੈ। ਤੇਰਾ ਆਤਮਕ ਮਾਨਸਿਕ ਜੀਵਨ ਉਹਨਾਂ ਤਬਾਹ ਕਰ ਦਿੱਤਾ। ਪਰ ਨਾਲ ਹੀ ਬਾਬਾ ਜੀ ਆਖਦੇ ਨੇ, ਸਾਈਂ ਬਾਝੋਂ ਆਪਣੇ ਵੇਦਨ ਕਈ ਹੈ ਕੇਸ। ਪਰ ਅਸਲ ਗੱਲ ਇਹ ਹੈ, ਵੇਦਨ ਦਾ ਮਤਲਬ ਆਪਣੀ ਪੀੜਾ। ਇੱਕੋ ਹੀ ਥਾਂ ਹੈ ਜਿੱਥੇ ਬੰਦਾ ਇਸ ਪੀੜਾ ਨੂੰ ਦੱਸ ਵੀ ਸਕਦਾ ਤੇ ਇਹਦਾ ਇਲਾਜ ਵੀ। ਹੁਣ ਸੰਸਾਰ ਦੇ ਕਿਸੇ ਬੰਦੇ ਨੂੰ ਤੁਸੀਂ ਆਖੋ ਵੀ ਮੈਨੂੰ ਕ੍ਰੋਧ, ਮੇਰਾ ਮਨ ਬਹੁਤ ਭਟਕਦਾ ਹੈ, ਕਿਉਂ ਭਟਕਦਾ ਹੈ? ਪਹਿਲੋਂ ਤਾਂ ਗੱਲ ਇੰਨੀ ਕੁ ਗੱਲ ਤੇ ਅਸੀਂ ਟੇਕੇ ਆਪਣੀ ਲੁੱਟ ਕਰਵਾ ਲੈਂਦੇ, ਮਨ ਨੂੰ ਸ਼ਾਂਤੀ ਨਹੀਂ ਜੀ। ਤਾਂ ਕੋਈ ਕਹਿੰਦਾ ਵੀ ਤੂੰ ਫਲਾਨੀ ਜਗ੍ਹਾ ਚਲਿਆ ਜਾ, ਢਮਕਾਣੀ ਜਗ੍ਹਾ ਚਲਿਆ ਜਾ, ਲੋਕ ਜਾਂਦੇ ਨੇ। ਇਹ ਉਵੇਂ ਦੀ ਖੇਡ ਹੀ ਹੁੰਦੀ ਹੈ ਵੀ ਜ਼ਖਮ ਤੁਹਾਡੇ ਹੱਥ ਤੇ ਹੋਵੇ, ਪੱਟੀ ਤੁਸੀਂ ਪੈਰ ਤੇ ਕਰੀ ਜਾਓ, ਇਹ ਤਾਂ ਕੋਈ ਹੱਲ ਨਹੀਂ। ਕੋਈ ਤੇ ਰੀਜ਼ਨ ਹੋਏਗਾ ਨਾ ਤੇਰੇ ਅੰਦਰ ਦੀ ਭਟਕਣਾ ਦਾ, ਕੋਈ ਚੀਜ਼ ਹੈ ਜਿਹੜੀ ਤੇਰੇ ਮਨ ਤੇ ਸੁਰਤ ਦਾ ਭਾਗ ਬਣ ਗਈ, ਉਹ ਤੈਨੂੰ ਅੰਦਰੋਂ ਦੁਖੀ ਕਰ ਗਈ। ਉਹਨੂੰ ਤਲਾਸ਼ਦਾ ਨਹੀਂ ਮਨੁੱਖ, ਕਿਉਂਕਿ ਆਪਣੇ ਆਪ ਨੂੰ ਖੋਜਣਾ ਦੁਨੀਆ ਦੇ ਵਿੱਚ ਸਭ ਤੋਂ ਕਠਿਨ ਕੰਮ ਹੈ। ਆਪੇ ਦੀ ਤਲਾਸ਼ ਕਰਨਾ ਸਭ ਤੋਂ ਔਖਾ, ਆਪਣੇ ਆਪ ਦੀ ਯਾਤਰਾ ਕਰਨੀ ਸਭ ਤੋਂ ਔਖੀ ਹੈ। ਤੋ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਵੀ ਆਪਣੇ ਆਪ ਨੂੰ ਪੜਤਾਲ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਆਪਣੇ ਆਪ ਦੀ ਯਾਤਰਾ ਕਰ, ਉਹਨੂੰ ਸਵੈ ਯਾਤਰਾ ਕਿਹਾ। ਅਸੀਂ ਉਹ ਸ਼ਬਦ ਵਿਚਾਰੇ ਨੇ ਭਗਤ ਸਾਹਿਬਾਨਾਂ ਦੇ, ਕਾਇਓ ਦੇਵਾ ਕਾਇਓ ਦੇਵਲ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਫਿਰ ਅੱਗੇ ਜਾ ਕੇ ਉਹਨਾਂ ਲਿਖਿਆ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰੂ ਹੋਏ ਲਖਾਵੈ। ਤੇ ਇਸ ਭਾਵ ਵਿੱਚ ਫਰਮਾਨ ਕਰਦੇ ਨੇ, ਕਹਿੰਦੇ ਨੇ ਕਿ ਅਸੀਂ ਹੁਣ ਆਪਣੀ ਵੇਦਨ ਕਿਹਨੂੰ ਜਾ ਕੇ ਕਹੀਏ? ਕੌਣ ਹੈ ਜਿਹੜਾ ਸੰਸਾਰ ਦੀ ਇਹਨਾਂ ਮੁਸ਼ਕਲਾਂ ਦਾ ਹੱਲ ਕੋਈ ਸੰਸਾਰ ਦਾ ਬੰਦਾ ਕਰ ਸਕੇ? ਸਾਡੇ ਆਤਮਿਕ ਮਾਨਸਿਕ ਜੀਵਨ ਦੀ ਨੂੰ ਸਵਾਰਨ ਵਾਸਤੇ ਕਿਹਦੇ ਕੋਲ ਹੈ ਇਲਾਜ? ਦੱਸੋ, ਹੈ ਕਿਸੇ ਕੋਲ? ਨਹੀਂ। ਕੋਈ ਸਲਾਹ ਦੇ ਸਕਦਾ, ਕੋਈ ਇਹ ਕਹਿਦਾ ਕਿ ਵਿਆਹ ਕਰ ਵੇਖੋ, ਇਲਾਜ ਕਿਸੇ ਕੋਲ? ਇਲਾਜ ਇੱਕੇ ਵੈਦ ਕੋਲ ਹੈ, ਹੱਲ ਇੱਕੇ ਕੋਲ ਹੈ, ਸਾਈਂ ਮਾਲਕ
ਪਰਮੇਸ਼ਰ, ਜਿਹਦੇ ਤੋਂ ਟੁੱਟੇ ਹਾਂ ਉਸ ਨਾਲ ਜੁੜਨਾ ਹੀ ਇੱਕੋ ਇੱਕ ਹੱਲ ਹੈ। ਤਾਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕਿਹਨੂੰ ਜਾ ਕੇ ਕਹੀਏ ਵੇਦਨ, ਕਿਸੇ ਕੋਲ ਨਹੀਂ ਬਿਆਨ ਕੀਤੀ ਜਾ ਸਕਦੀ। ਇੱਕੇ ਦਰ ਤੇ ਜੀ ਕੀ ਬਿਰਤਾ ਹੋਏ, ਸੋ ਗੁਰ ਪੈ ਅਰਦਾਸ ਕਰ। ਤੋ ਅਗਲੇਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸ਼ਾਖ ਪਕੰਦੀ ਆਈਆ, ਹੋਰ ਕਰੇਂਦੀ ਵੰਨ। ਕਹਿੰਦੇ ਨੇ ਵੇਖ ਕੇ, ਸੰਸਾਰ ਨੂੰ ਤੱਕ ਤੱਕ ਕੇ ਉਮਰ ਵਿਹਾ ਗਈ। ਪਤੀਣੀਆਂ ਮਤਲਬ ਪਤਲੀਆਂ, ਅੱਖਾਂ ਵੀ ਕਮਜ਼ੋਰ ਹੋ ਗਈ। ਜਿਉਂ ਜਿਉਂ ਉਮਰ ਵਡੇਰੀ ਹੋਈ, ਸਰੀਰ ਦੇ ਅੰਗ ਸਿਥਲ ਕਮਜ਼ੋਰ ਹੁੰਦੇ ਗਏ, ਚੇਤਾ ਵੀ ਭੁੱਲਣ ਲੱਗਿਆ, ਉੱਚੀ ਸੁਣਨ ਲੱਗ ਪਿਆ, ਦਿਸਣਾ ਹਟਦਾ ਜਾ ਰਿਹਾ ਹੈ, ਭੁਲੇਖਾ ਪੈਂਦਾ ਹੈ, ਗਲਾ ਰੁਕਦਾ ਹੈ। ਯਾਨੀ ਕਿ ਸਰੀਰ ਨੇ ਜਿਹੜੀ ਹੈ ਆਪਣੀ ਤਾਕਤ ਛੱਡਣੀ ਸ਼ੁਰੂ ਕਰ ਦਿੱਤੀ। ਅੱਖੀਂ ਦੇਖ ਪਤੀਣੀਆਂ, ਕਮਜ਼ੋਰ ਹੋ ਗਈਆਂ ਵੇਖ ਵੇਖ ਕੇ, ਸੁਣ ਸੁਣ ਕੇ ਰੀਣੇ ਕੰਨ। ਰੀਣੇ ਦਾ ਮਤਲਬ ਖਾਲੀ ਹੋ ਗਏ, ਇਹਨਾਂ ਦੀ ਸੁਣਨ ਸ਼ਕਤੀ ਜਿਹੜੀ ਹੈ ਉਹ ਖਤਮ ਹੋ ਗਈ, ਕਮਜ਼ੋਰ ਹੋ ਗਏ। ਹੁਣ ਤੁਸੀਂ ਵੇਖੋ ਨਾ, ਕਿੰਨਾ ਕਿੰਨਾ ਸ਼ੋਰ ਬੰਦਾ ਸੁਣ ਲੈਂਦਾ ਹੈ, ਕਿੰਨਾ ਕਿੰਨਾ ਸ਼ੋਰ ਬਰਦਾਸ਼ਤ ਕਰ ਲੈਂਦਾ, ਮਹਿਸੂਸ ਨਹੀਂ ਕਰਦਾ ਵੀ ਸਰੀਰ ਹੈ। ਵੱਡੇ ਵੱਡੇ ਬਾਕਸ ਲਾ ਕੇ ਬੰਦਾ ਉਹਨਾਂ ਦੇ ਨੇੜੇ ਹੋ ਕੇ ਟੋਕੇ ਪੈਂਦਾ, ਵੀ ਜਿਵੇਂ ਸਾਰੀ ਦੁਨੀਆ ਦਾ ਅੱਜ ਹੀ ਸੁਣਨਾ ਹੋਵੇ। ਸਰੀਰ ਨੂੰ ਤਾਂ ਬੰਦਾ ਇਵੇਂ ਸਮਝਦਾ ਹੈ ਵੀ ਇਹ ਉਹ ਡੰਪ ਹੈ ਜਿਹਦੇ ਜੋ ਮਰਜ਼ੀ ਸੁੱਟੀ ਜਾਓ। ਖਾਣ ਸਮੇਂ ਵੀ ਇਹੋ ਸੋਚਦਾ, ਸੁਣਨ ਸਮੇਂ ਵੀ ਇਹੋ ਸੋਚਦਾ, ਵੇਖਣ ਸਮੇਂ ਵੀ ਇਹ ਸੋਚਦਾ। ਇਹ ਨਹੀਂ ਵੇਂਦਾ ਵੀ ਇਹਦੀ ਲਿਮਟ ਹੈ ਇੱਕ ਕੰਨ ਦੀ, ਕਿੰਨਾ ਸੁਣ ਸਕਦਾ ਹੈ, ਕਿੰਨੀ ਜ਼ੋਰ ਦਾ ਸੁਣ ਸਕਦਾ, ਨੇੜੇ ਹੋ ਕੇ। ਆਪਾਂ ਵੇਖਦੇ ਨੇ ਪਾਰਟੀਆਂ ਤੇ ਵਿਆਹ ਸ਼ਾਦੀਆਂ, ਜਿਵੇਂ ਸਾਰੀ ਦੁਨੀਆ ਦਾ ਅੱਜ ਹੀ ਸੁਣ ਲੈਣਾ ਤੇ ਬਾਅਦ 'ਚ ਛੁੱਟੀ ਕਰ ਦੇਣੀ 1 ਸਾਲ, ਵੀ ਅੱਜ ਤੋਂ ਬਾਅਦ ਸੁਣਨਾ ਬੰਦ, ਅੱਜ ਹੀ ਸੁਣਨਾ ਬਸ। ਸਾਡੀ ਖੁਸ਼ੀ ਦਾ ਵੀ ਕੋਈ ਤਵਾਜ਼ਨ, ਬੈਲੈਂਸ ਨਹੀਂ, ਤੇ ਸਾਡੇ ਦੁੱਖ ਦਾ ਵੀ ਕੋਈ ਬੈਲੈਂਸ ਨਹੀਂ। ਹਰ ਚੀਜ਼ ਵਿੱਚ ਅਸੀਂ ਓਵਰ ਰਿਐਕਟ ਕਰਦੇ ਹਾਂ। ਉਹਨੂੰ ਅਸੀਂ ਉਸ ਵੇਲੇ ਤੇ ਬਰਦਾਸ਼ਤ ਕਰਦੇ ਹਾਂ, ਪਰ ਇਹ ਮਤ ਭੁੱਲੀਏ ਵੀ ਸਰੀਰ ਇਸ ਧੱਕੇ ਨੂੰ ਬਰਦਾਸ਼ਤ ਕਰ ਜਾਏਗਾ। ਤੁਹਾਨੂੰ ਲੱਗਦਾ ਵੀ ਸਰੀਰ ਸਹਿੰਦਾ, ਸਹਿੰਦਾ ਨਹੀਂ, ਉਹ ਜਜ਼ਬ ਕਰ ਲੈਂਦਾ ਹੈ ਆਪਣੇ ਆਪ ਵਿੱਚ, ਤੁਹਾਨੂੰ ਮਗਰੋਂ ਦੱਸਦਾ ਵੀ ਨਹੀਂ ਮੇਰੇ ਨਾਲ ਧੱਕਾ ਹੋਇਆ। ਫਿਰ ਹੌਲੀ ਹੌਲੀ ਉਹ ਚੀਜ਼ਾਂ ਬੋਡੀ 'ਚ ਉੱਠਦੀਆਂ ਨੇ, ਅਸੀਂ ਉਦੋਂ ਅਹਿਸਾਸ ਨਹੀਂ ਕਰਦੇ। ਤੋ ਸਤਿਗੁਰੂ ਨੇ ਇੱਥੇ ਫਰਮਾਇਆ, ਕਹਿਣ ਲੱਗੇ ਕੰਨ ਵੀ ਸੁਣ ਸੁਣ ਕੇ ਹੁਣ ਤਾਂ ਖਾਲੀ ਹੋ ਗਏ, ਸੁਣਨ ਦੀ ਸਮਰੱਥਾ, ਤਾਕਤ ਚਲੀ ਗਈ। ਫਿਰ ਅੱਗੇ ਜਾ ਕੇ ਕਹਿੰਦੇ ਸ਼ਾਖ ਪਕੰਦੀ ਆਈਆ, ਹੋਰ ਕਰੇਂਦੀ ਵੰਨ। ਕੱਲੇ ਕੰਨ ਤੇ ਕੱਲੀਆਂ ਅੱਖਾਂ ਹੀ ਨਹੀਂ, ਸਾਰਾ ਸਰੀਰ ਹੀ ਹੋਰ ਰੰਗ ਦਾ ਹੋ ਗਿਆ। ਸ਼ਾਖ, ਛੋਟਾ ਜਿਹਾ ਪੌਦਾ ਹੋਵੇ ਤੇ ਉਹਦੀਆਂ ਨਿੱਕੀਆਂ ਨਿੱਕੀਆਂ ਟਾਹਣੀਆਂ ਦਾ ਰੰਗ ਹੋਰ ਹੈ, ਵੱਡਾ ਹੁੰਦਾ ਜਾਏਗਾ ਤੇ ਰੰਗ ਬਦਲਦਾ ਜਾਏਗਾ। ਪੱਤੇ ਵੇਖੋ, ਜਦੋਂ ਕਰੂੰਬੜਾਂ ਫੁੱਟਦੀਆਂ ਨੇ ਉਹਨਾਂ ਦਾ ਰੰਗ ਤੇ ਕੋਮਲਤਾ ਕਿੰਨੀ ਹੁੰਦੀ ਹੈ, ਵੱਡੇ ਹੁੰਦੇ ਨੇ, ਫੈਲਦੇ ਨੇ। ਫਿਰ ਜਿਉਂ-ਜਿਉਂ ਪਤਝੜ ਦੀ ਰੁੱਤ ਨੇੜੇ ਆਉਂਦੀ, ਉਹਨਾਂ ਦਾ ਰੰਗ ਵੱਟਦਾ ਜਾਂਦਾ, ਤੇ ਫਿਰ ਅਖੀਰ ਜਿਸ ਵੇਲੇ ਉਹ ਸੁੱਕ ਕੇ ਹਵਾ ਦੇ ਵੇਗ ਨਾਲ ਟੁੱਟ ਕੇ ਜ਼ਮੀਨ ਤੇ ਜਾ ਪੈਂਦਾ। ਇਸੇ ਤਰ੍ਹਾਂ ਸਰੀਰ ਵੀ ਰੰਗ ਵਟਾਉਂਦਾ ਗਿਆ। ਜੇ ਇਹਨੂੰ ਵਕਤ ਮਿਲ ਜਾਏ ਨਾ ਜਿਉਣ ਦਾ, ਤੇ ਰੰਗ ਵਟਾਉਂਦਾ ਹੈ। ਬਚਪਨ ਤੋਂ ਲੈ ਕੇ ਤੁਸੀਂ ਵੇਖੋ ਵੀ ਜਿਉਂ-ਜਿਉਂ ਸਫ਼ਰ ਅੱਗੇ ਅੱਗੇ ਹੁੰਦਾ ਜਾਂਦਾ, ਸਰੀਰ ਰੰਗ ਵਟਾਉਂਦਾ ਜਾਂਦਾ। ਬੁਢੇਪਾ ਆ ਗਿਆ ਤੇ ਸਰੀਰ ਕਿਹੋ ਜਿਹਾ ਹੋ ਜਾਂਦਾ। ਜਦੋਂ ਆਪਣੇ ਬਚਪਨ ਦੀ ਤਸਵੀਰ ਵੇਖਦਾ ਤੇ ਵੇਖਦਾ ਮੈਂ ਇੰਨਾ ਕੋਮਲ ਮਾਸੂਮ ਬੱਚਾ ਸਾਂ ਕਿਸੇ ਵੇਲੇ। ਉਹ ਜਿਹੜੀਆਂ ਚੀਜ਼ਾਂ ਨੇ ਉਸ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਸ਼ਾਖ ਪਕੰਦੀ ਆਈਆ, ਹੋਰ ਕਰੇਂਦੀ ਵੰਨ, ਹੋਰ ਹੀ ਇਹਦਾ ਰੰਗ ਬਦਲ ਜਾਂਦਾ। ਅਗਲੇ ਸ਼ਲੋਕ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਨੇ ਫਰਮਾਇਆ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਥੋੜੀ ਰਾਵੈ ਕੋਏ, ਕਰ ਸਾਈ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਇਸ ਸ਼ਲੋਕ ਦੇ ਵਿੱਚ ਫਰਮਾਇਆ, ਕਹਿਣ ਲੱਗੇ ਜਿਨ੍ਹਾਂ ਨੇ ਕਾਲੇ ਕੇਸ, ਭਾਵ ਬਚਪਨ ਗਿਆ, ਜਵਾਨੀ ਗਈ, ਅੱਧ ਖੜਦੀ ਉਮਰ ਗਈ, ਜਿਨੀ ਨਾ ਰਾਵਿਆ, ਜਿਨ੍ਹਾਂ ਉਦੋਂ ਕੋਈ ਚਾਰਾ ਜੋਈ ਨਹੀਂ ਕੀਤੀ ਚੰਗੇ ਪਾਸੇ ਤੁਰਨ ਦੀ, ਧੌਲੀ ਰਾਵੈ ਕੋਏ, ਬੈਨ ਨਹੀਂ ਕੀਤਾ, ਦਾਵਾ ਨਹੀਂ ਕੀਤਾ ਵੀ ਤੁਰ ਨਹੀਂ ਸਕਦਾ। ਕਹਿੰਦੇ ਕੋਏ ਫਿਰ ਕੋਈ ਵਿਰਲਾ ਹੀ ਪਛਾਣ ਨੂੰ ਮੁੜਦਾ ਹੈ, ਕਿਸੇ ਚੰਗੇ ਪਾਸੇ ਮੋੜ ਕੱਟਦਾ ਹੈ।
ਬਣੀਆਂ ਆਦਤਾਂ ਕਿਤੇ ਇਸ ਉਮਰ ਵਿੱਚ ਜਾ ਕੇ ਬਦਲਣੀਆਂ ਸੌਖੀਆਂ ਹੁੰਦੀਆਂ ਨੇ। ਹਾਂ, ਸ਼ਰਮ ਲਿਹਾਜ਼ ਨਾਲ ਬੰਦਾ ਥੋੜਾ ਪਰਦੇ ਕੱਜ ਲਏ ਤੇ ਗੱਲ ਵੱਖਰੀ, ਆਦਤਾਂ ਉਹੀ ਰਹਿੰਦੀਆਂ ਨੇ, ਸਾਰੀ ਉਮਰ ਨਹੀਂ ਬਦਲੀਆਂ। ਤੇ ਅਸੀਂ ਬਹੁਤ ਇਹੀ ਸੋਚਦੇ ਹਾਂ ਵੀ ਜਿਸ ਵੇਲੇ ਸਾਰੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਗਏ ਉਦੋਂ ਅਸੀਂ ਧਰਮ ਕਮਾਇਆ ਕਰਾਂਗੇ, ਬਾਣੀ ਵੀ ਪੜ੍ਹਿਆ ਕਰਾਂਗੇ। ਕੌਣ ਪੜ੍ਹੇਗਾ ਉਦੋਂ? ਜਦੋਂ ਸੁਣਨੋਂ ਹਟ ਗਿਆ, ਦਿਸਣੋਂ ਹਟ ਗਿਆ, ਜਿਸ ਵੇਲੇ ਸਮਝ ਹੀ ਨਾ ਲੱਗੀ ਵੀ ਮੈਂ ਕਿੱਥੇ ਬੈਠਾ, ਕੀ ਹੋ ਰਿਹਾ ਮੇਰੇ ਨਾਲ, ਕੌਣ ਕਰੇਗਾ? ਤਾਂ ਕੋਈ ਵਿਰਲਾ ਹੀ ਹੈ ਨਾ ਉਦੋਂ ਆਦਤ ਬਦਲ ਲੈ। ਫਿਰ ਮੰਨ ਲਓ ਅਸੀਂ ਧਰਮ ਸਥਾਨ ਵੱਲ ਮੋੜਾ ਕੱਟ ਵੀ ਲਈਏ ਨਾ ਉਸ ਵੇਲੇ, ਕਿ ਚਲੋ ਕੋਈ ਨਹੀਂ, ਹੁਣ ਪਰਿਵਾਰ ਵੀ ਕਈ ਵਾਰ ਕਹਿ ਦਿੰਦਾ ਵੀ ਹੁਣ ਮਾੜਾ ਮੋਟਾ ਇਸ ਪਾਸੇ ਵੀ ਧਿਆਨ ਦੇ। ਬਾਅਦ ਚ ਭਾਈ ਸਾਹਿਬ ਨੇ ਅਰਦਾਸ ਵੀ ਤੇ ਕਰਨੀ ਹੁੰਦੀ ਨਾ ਵੀ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਇੰਨਾ ਕਿਤੇ ਕਰ ਲੈ ਵੀ ਮਗਰੋਂ ਅਰਦਾਸ ਵਾਲਾ ਇਹ ਕਹਿ ਲਵੇ। ਉਹ ਫਿਰ ਹੁਣ ਉਹ ਜਦੋਂ ਫਿਰ ਬੰਦਾ ਉਸ ਪਾਸੇ ਵੀ ਆਉਂਦਾ ਉੱਥੇ ਵੀ ਖਰਾਬੀਆਂ ਹੀ ਕਰਦਾ, ਕਿਉਂਕਿ ਸੁਭਾਅ ਬਣਿਆ ਉਸ ਪਾਸੇ ਵੀ ਉਹਦਾ ਆ ਕੇ ਮਨ ਨਹੀਂ ਟਿਕਦਾ। ਸੁਭਾਅ 'ਚ ਉਹੀ ਰਿੱਝਣ ਹੈ, ਉਹੀ ਖਿਝਣ ਹੈ, ਉਹੀ ਤਕਲੀਫ ਹੈ, ਉਹੀ ਪ੍ਰੋਬਲਮ ਹੈ, ਕਿਉਂਕਿ ਅੰਦਰੋਂ ਕੁਝ ਨਹੀਂ ਬਦਲਿਆ। ਬਾਹਰ ਦੇ ਹਾਲਾਤਾਂ ਨਾਲ ਫਿਜ਼ੀਕਲੀ ਤਾਂ ਉਹਨੇ ਮੋੜਾ ਕੱਟ ਲਿਆ, ਪਰ ਸੁਰਤ ਦਾ ਮੋੜਾ ਕੱਟਣਾ ਬੜਾ ਕਠਿਨ ਹੋ ਗਿਆ। ਸੁਰਤ ਪੱਕ ਗਈ ਹੈ, ਹੁਣ ਉਹਨੂੰ ਆਦਤ ਬਣ ਗਈ ਉਸ ਸੁਭਾਅ ਵਿੱਚ ਜੀਣ ਦੀ। ਉਸ ਪਾਸੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕੋਈ ਵਿਰਲਾ ਇਸ ਪਾਸੇ ਮੋੜਾ ਕੱਟਦਾ। ਇਸ ਲਈ ਮਸ਼ਵਰਾ ਦਿੰਦੇ ਨੇ, ਸਲਾਹ ਦਿੰਦੇ ਨੇ, ਕਰ ਸਾਈਂ ਸਿਉ ਪਿਰਹੜੀ। ਪਿਰਹੜੀ ਦਾ ਮਤਲਬ ਹੈ ਪ੍ਰੇਮ, ਮੁਹੱਬਤ। ਉਸ ਸਾਈਂ ਨਾਲ ਮੁਹੱਬਤ ਕਰ, ਰੰਗ ਨਵੇਲਾ ਹੋਏ, ਤੇਰਾ ਆਤਮਿਕ ਜੀਵਨ ਸਦਾ ਹੀ ਨਵਾਂ ਰਹੇਗਾ। ਸਰੀਰ ਭਾਵੇਂ ਬੁੱਢਾ ਹੋ ਜਾਏ, ਉਮਰ ਦਰਾਜ਼ ਹੋ ਜਾਏ, ਕੇਸਾਂ ਦਾ ਰੰਗ ਬਦਲ ਜਾਏਗਾ, ਸਰੀਰ ਬੁੱਢਾ, ਪਰ ਸੁਰਤ ਜਦੋਂ ਤੁਹਾਨੂੰ ਕੋਈ ਜਵਾਨੀ 'ਚ ਮਿਲਿਆ ਹੋਏਗਾ, ਜੇ ਤੁਸੀਂ ਉਦੋਂ ਮਿੱਠਾ ਬੋਲੇ, ਅੱਜ ਜਦੋਂ ਤੁਹਾਡੀ ਉਮਰ 70 ਸਾਲ ਤੇ ਢੁੱਕ ਗਈ, ਜਦੋਂ ਅੱਜ ਮਿਲਿਆ ਉਹਨੇ ਕਹੇਗਾ ਉਹੋ ਜਿਹਾ ਹੀ ਹੈ। ਉਹ ਤੁਹਾਡੇ ਗੁਣਾ, ਤੁਹਾਡੀ ਖੂਬੀ ਕਰਕੇ ਕਹੇਗਾ ਵੀ ਉਹੋ ਜਿਹਾ। ਉਹਨੂੰ ਮਹਾਰਾਜ ਨੇ ਕਿਹਾ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ। ਬੁੱਢੇ ਦਾ ਮਤਲਬ ਉੱਥੇ ਹੈ ਸੁਰਤ ਕਰਕੇ ਉਹ ਕਮਜ਼ੋਰ, ਆਤਮਿਕ ਜੀਵਨ ਕਰਕੇ ਵੀਕ ਨਹੀਂ ਹੋਇਆ। ਉਸ ਵੇਲੇ ਵੀ ਸਿਦਕ, ਸਬਰ, ਸੰਤੋਖ, ਮਿਠਾਸ, ਆਨੰਦ ਵਿੱਚ ਜੀ ਰਹੇ ਸਨ, ਅੱਜ ਵੀ ਜੀ ਰਹੇ। ਉਹਨਾਂ ਦੀ ਇਹ ਦੌਲਤ ਜਿਹੜੀ ਉਹਨਾਂ ਨੇ ਕਮਾਈ ਹੈ ਪੁਰਾਣੀ ਨਹੀਂ ਹੋਈ। ਗਰੀਬ ਨਵਾਜ ਕਿਰਪਾ ਕਰਨ, ਇਹਨਾਂ ਸ਼ਲੋਕਾਂ ਦਾ ਜੋ ਉਪਦੇਸ਼ ਹੈ ਉਹ ਸਾਡੇ ਸਭਨਾਂ ਦੇ ਮਨ ਹਿਰਦੇ ਵਿੱਚ ਵਸੇ। ਇਹਨਾਂ ਸ਼ਲੋਕਾਂ ਦੀ ਲੜੀਵਾਰ ਵਿਚਾਰ ਜੋ ਹੈ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਕਰਨ ਦਾ ਯਤਨ ਕਰਾਂਗੇ। ਗਰੀਬ ਨਵਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਆਓ ਬੜੇ ਅਦਬ ਪ੍ਰੇਮ ਸਹਿਤ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜੀ ਤੇ ਇਹਨਾਂ ਦੇ ਸਮੂਹ ਜਥੇ ਪਾਸੋਂ ਗੁਰਬਾਣੀ ਕੀਰਤਨ ਸ਼ਰਵਣ ਕਰੋ, ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।